नमस्कार, सत श्री अकाल, आदाब दोस्तों। मैं हाँ मनीष बेला तो तुसी देख रहे हो चढ़दी कला टाइम टीवी ते प्रोग्राम प्राइम टाइम चर्चा। सो शाम का समा हो चलिया, ਅਸੀਂ एक चर्चा प्रोग्राम लैके हाजिर होए हैं जिसनों दुनिया भर ਦੇ ਵਿੱਚ ਇਸ ਵੇਲੇ ਤੁਸੀਂ ਵੇਖ ਰਹੇ ਹੋ। ਅੱਜ ਦੇ ਇਸ ਆਪਾਂ ਅੰਕੜੇ ਦੀ ਜਦੋਂ ਗੱਲ ਕਰਦੇ ਹਾਂ, ਸਭ ਤੋਂ ਪਹਿਲਾਂ ਕਿਉਂਕਿ ਕੋਰੋਨਾ ਵਾਇਰਸ ਦੀ ਗੱਲ ਕਰਨੀ ਜਿਹੜੀ ਅੱਜ ਬਹੁਤ ਜ਼ਰੂਰੀ ਹੋ ਜਾਂਦੀ ਹੈ, ਕਿਉਂਕਿ ਜਿੰਨੀਆਂ ਵੀ ਖਬਰਾਂ ਇਸ ਵੇਲੇ ਆ ਰਹੀਆਂ ਨੇ ਉਹ ਕੋਰੋਨਾ ਵਾਇਰਸ ਦੇ ਨਾਲ ਹੀ ਸੰਬੰਧਿਤ ਹੁੰਦੀਆਂ ਨੇ। दुनिया भर ਦੇ ਵਿੱਚ ਇਸ ਵੇਲੇ अगर गल की जाए तो तकरीबन 25,54,568 केस ਜਿਹੜੇ ਨੇ ਉਹ ਸਾਡੇ ਸਾਹਮਣੇ ਹੈਗੇ ਨੇ। दुनिया भर ਦੇ ਵਿੱਚ अगर गल की जाए तो ਹੁਣ तक 1,77,402 ਲੋਕਾਂ ਦੇ ਇਸ ਮਹਾਮਾਰੀ ਦੇ ਕਾਰਨ ਮਾਰੇ ਜਾਣ ਦੀ ਖਬਰ ਜਿਹੜੀ ਉਹ ਸਾਡੇ ਸਾਹਮਣੇ ਹੈਗੀ ਹੈ। दुनिया भर ਦੇ ਵਿੱਚ ਸਭ ਤੋਂ ਜ਼ਿਆਦਾ ਇਸ ਕੋਰੋਨਾ ਵਾਇਰਸ ਨੇ ਆਤੰਕ ਮਚਾਇਆ ਹੈ ਤਾਂ ਉਹ ਹੈਗਾ ਅਮਰੀਕਾ ਦੇ ਵਿੱਚ। ਅਮਰੀਕਾ ਭਰ ਦੇ ਵਿੱਚ ਹੁਣ ਤੱਕ 8,17,952 केस ਜਿਹੜੇ ਨੇ ਉਹ ਸਾਡੇ ਸਾਹਮਣੇ ਨੇ ਅਤੇ ਪਿਛਲੇ 24 ਘੰਟਿਆਂ ਦੇ ਵਿੱਚ 25,193 केस ਸਾਡੇ ਸਾਹਮਣੇ ਆਏ ਨੇ ਅਤੇ ਹੁਣ ਤੱਕ ਅਮਰੀਕਾ ਭਰ ਦੇ ਵਿੱਚ ਅਗਰ ਗੱਲ ਕੀਤੀ ਜਾਵੇ ਤਾਂ 45,780 ਦੇ ਕਰੀਬ ਜਿਹੜੇ ਲੋਕਾਂ ਦੀ ਜਾਨ ਜਾਣ ਦੀ ਖਬਰ ਜਿਹੜੀ ਹੈ ਸਾਡੇ ਕੋਲ ਹੈਗੀ ਹੈ ਤੇ ਪਿਛਲੇ 24 ਘੰਟਿਆਂ ਦੇ ਵਿੱਚ 2765 ਲੋਕਾਂ ਦੀ ਜਾਨ ਜਾਣ ਦੀ ਜਿਹੜੀ ਉਹ ਖਬਰ ਸਾਡੇ ਕੋਲ ਹੈ। ਇਸ ਤੋਂ ਬਾਅਦ ਸਪੇਨ ਦਾ ਨੰਬਰ ਆਉਂਦਾ ਹੈ, ਸਪੇਨ ਤੋਂ ਬਾਅਦ ਇਟਲੀ ਦਾ ਨੰਬਰ ਆਉਂਦਾ ਹੈ, ਇਟਲੀ ਤੋਂ ਬਾਅਦ ਫਰਾਂਸ ਹੈਗਾ, ਫਰਾਂਸ ਤੋਂ ਬਾਅਦ ਜਰਮਨੀ ਹੈ, ਜਰਮਨੀ ਤੋਂ ਬਾਅਦ ਯੂਕੇ ਹੈਗਾ। ਯੂਕੇ ਦੇ ਵਿੱਚ ਵੀ ਅੱਜ ਤਕਰੀਬਨ 4301 ਨਵਾਂ ਕੇਸ ਜਿਹੜਾ ਉਹ ਸਾਹਮਣੇ ਆਇਆ ਹੈ। ਅਤੇ ਗੱਲ ਕਰਦੇ ਕਰਦੇ ਜਦੋਂ ਆਪਾਂ ਥੱਲੇ ਇੰਡੀਆ ਦੇ ਚਲੇ ਜਾਂਦੇ ਹਾਂ ਤੇ ਇੰਡੀਆ ਦੇ ਵਿੱਚ ਵੀ ਅਗਰ ਗੱਲ ਕੀਤੀ ਜਾਵੇ ਤਾਂ ਕਾਫੀ ਵੱਡੇ ਨੰਬਰ ਜਿਹੜੇ ਨੇ ਉਹ ਸਾਡੇ ਕੋ ਇਸ ਵੇਲੇ ਹੈਗੇ ਨੇ। ਇੰਡੀਆ ਦੇ ਵਿੱਚ ਇਸ ਵੇਲੇ ਤਕਰੀਬਨ 20,080 ਕੇਸ ਜਿਹੜੇ ਨੇ ਉਹ ਸਾਡੇ ਕੋਲ ਹੈਗੇ ਨੇ। ਪਿਛਲੇ 24 ਘੰਟਿਆਂ ਦੇ ਵਿੱਚ 1541 ਕੇਸ ਜਿਹੜੇ ਨੇ ਉਹ ਨਵੇਂ ਆਏ ਨੇ। ਹੁਣ ਤੱਕ ਜਿਹੜੇ ਇੰਡੀਆ ਦੇ ਵਿੱਚ ਕੋਰੋਨਾ ਵਾਇਰਸ ਦੇ ਕਰਕੇ ਜਿਹੜੇ ਲੋਕਾਂ ਦਾ ਦੇਹਾਂਤ ਹੋਇਆ ਉਹਨਾਂ ਦੀ ਗਿਣਤੀ ਜੇ ਕੀਤੀ ਜਾਵੇ ਤਾਂ 645 ਜਿਹੜੀ ਉਹ ਗਿਣਤੀ ਹੈ। ਪਿਛਲੇ 24 ਘੰਟਿਆਂ ਦੇ ਵਿੱਚ 53 ਲੋਕ ਜਿਹੜੇ ਨੇ ਇੰਡੀਆ ਦੇ ਵਿੱਚ ਖਾਸ ਤੌਰ ਤੇ ਇਹ ਮਹਾਮਾਰੀ ਦੀ ਚਪੇਟ ਦੇ ਵਿੱਚ ਚਲੇ ਗਏ ਨੇ। ਸੋ ਇਹ ਹੁਣ ਤੱਕ ਦੇ ਜਿਹੜੇ ਤੁਹਾਡੇ ਕੋਲ ਅੰਕੜੇ ਹੈਗੇ ਨੇ ਜਿਹੜੇ ਨਾਲ ਦੁਨੀਆ ਭਰ ਦੇ ਵਿੱਚ ਅਸੀਂ ਤੁਹਾਡੇ ਉੱਤੇ ਇੱਕ ਝਾਤ ਮਾਰਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਸੀ। ਬਾਰ-ਬਾਰ ਜਿਹੜੇ ਸਾਨੂੰ ਇਸ ਜਦੋਂ ਵੀ ਅਸੀਂ ਪ੍ਰੋਗਰਾਮ ਕਰਦੇ ਹਾਂ ਤੇ ਇਸ ਪ੍ਰੋਗਰਾਮ ਦੇ ਵਿੱਚ ਜਿਹੜੇ ਕੁਈਨਸ ਨਿਊਯਾਰਕ ਦੇ ਵਿੱਚ ਰਹਿਣ ਵਾਲੇ ਲੋਕ ਨੇ ਉਹ ਸਾਡੇ ਕੋਲ ਡਾਟਾ ਮੰਗਣ ਦੀ ਕੋਸ਼ਿਸ਼ ਕਰਦੇ ਨੇ ਕਿ ਕਿੰਨਾ ਕੁ ਜ਼ਿਆਦਾ ਨੁਕਸਾਨ ਜਿਹੜਾ ਹੈ ਉਹ ਕੁਈਨਸ ਦੇ ਵਿੱਚ ਹੋਇਆ। ਸੋ ਅੱਜ ਕੁਈਨਸ ਦੇ ਵਿੱਚ ਅਸੀਂ ਖਾਸ ਤੌਰ ਤੇ ਜਿਹੜਾ ਉਹ ਡਾਟਾ ਜਿਹੜਾ ਉਹ ਕੱਢਿਆ ਵੱਖ-ਵੱਖ ਸੋਰਸਸ ਦੇ ਰਾਹੀਂ ਸਾਡੇ ਕੋਲ ਜਿਹੜੀ ਡਿਟੇਲ ਆ ਉਹ ਮੈਂ ਤੁਹਾਡੇ ਸਾਹਮਣੇ ਲੈ ਕੇ ਆਉਣਾ ਹੈ। ਹੁਣ ਤੱਕ ਅਗਰ ਗੱਲ ਕੀਤੀ ਜਾਵੇ ਤਾਂ ਪੂਰੇ ਅਮਰੀਕਾ ਦੇ ਵਿੱਚ ਤਕਰੀਬਨ ਬਹੁਤ ਵੱਡਾ ਤਰੀਕੇ ਨਾਲ ਜਿਹੜਾ ਉਹ ਨੁਕਸਾਨ ਹੋਇਆ। ਅਗਰ ਨਿਊਯਾਰਕ ਸਿਟੀ ਦੀ ਗੱਲ ਕੀਤੀ ਜਾਵੇ ਤਾਂ ਹੁਣ ਤੱਕ 6,49,325 ਲੋਕਾਂ ਦਾ ਟੈਸਟ ਜਿਹੜਾ ਉਹ ਕੀਤਾ ਗਿਆ ਸੀ, ਜਿਹਦੇ ਵਿੱਚ ਹੁਣ ਤੱਕ 2,51,690 ਕੇਸ ਜਿਹੜੇ ਨੇ ਉਹ ਪੋਜ਼ਿਟਿਵ ਆਏ ਨੇ। ਤਕਰੀਬਨ ਜਿੰਨੇ ਵੀ ਟੈਸਟ ਕੀਤੇ ਗਏ ਨੇ ਹੁਣ ਤੱਕ ਉਹਦੇ 'ਚ 38.8% ਜਿਹੜੇ ਕੇਸ ਨੇ ਉਹ ਪੋਜ਼ਿਟਿਵ ਆਏ ਨੇ। ਕੁਈਨਸ ਜਿਹੜਾ ਹੈਗਾ ਜਿੱਥੇ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਪਰਿਵਾਰ ਰਹਿੰਦੇ ਨੇ ਉੱਥੇ ਹੁਣ ਤੱਕ 85,330 ਟੈਸਟ ਜਿਹੜੇ ਨੇ ਉਹ ਕੀਤੇ ਗਏ ਸਨ 20 ਤਰੀਕ ਤੱਕ, ਕੱਲ੍ਹ ਦੇ ਤਰੀਕ ਤੱਕ। ਤੇ ਜਿੱਥੇ ਤਕਰੀਬਨ ਜਿਹੜਾ ਹੈ ਉਹ 42,822 ਕੇਸ ਜਿਹੜੇ ਨੇ ਉਹ ਪੋਜ਼ਿਟਿਵ ਆਏ ਨੇ। ਇਹਨਾਂ ਦੇ ਵਿੱਚੋਂ ਜਿਨ੍ਹਾਂ ਦੀ ਅਗਰ ਪਰਸੈਂਟੇਜ ਕੱਢੀ ਜਾਵੇ ਤਾਂ 50.2% ਜਿਹੜਾ ਉਹ ਤੁਹਾਡੇ ਸਾਹਮਣੇ ਜਿਹੜਾ ਉਹ ਅੰਕੜਾ ਪਰਸੈਂਟੇਜ ਦੇ ਵਿੱਚ ਆਉਂਦਾ ਹੈ, ਜਿਹੜਾ ਕਿ ਨਿਊਯਾਰਕ ਸਿਟੀ ਦੇ ਵਿੱਚ ਸਭ ਤੋਂ ਜ਼ਿਆਦਾ ਹੈਗਾ। ਇਸ ਕਰਕੇ ਅਸੀਂ ਬਾਰ-ਬਾਰ ਬੇਨਤੀ ਕਰਦੇ ਹਾਂ ਆਪਣੇ ਪੈਰਾਂ ਨੂੰ ਜਿਹੜਾ ਹੈ ਰੋਕਣ ਦੀ ਕੋਸ਼ਿਸ਼ ਕਰੋ। ਜੇ ਕੋਈ ਕੰਮ ਨਹੀਂ ਹੈਗਾ ਆਪਣੇ ਘਰ ਤੋਂ ਬਾਹਰ ਨਾ ਨਿਕਲੋ, ਆਪਣਾ ਨੁਕਸਾਨ ਨਾ ਕਰੋ, ਆਪਣੀ ਕਮਿਊਨਿਟੀ ਦਾ ਨੁਕਸਾਨ ਨਾ ਕਰੋ ਅਤੇ ਨਾ ਹੀ ਆਪਣੇ ਸ਼ਹਿਰ ਦਾ ਜਿਹੜਾ ਉਹ ਨੁਕਸਾਨ ਕਰੋ। ਅੱਜ ਦੇ ਅਗਰ ਨਵੇਂ ਅੰਕੜਿਆਂ ਦੀ ਗੱਲ ਕਰੀਏ, ਜਿਹੜੇ 24 ਘੰਟਿਆਂ ਦੇ ਅੰਕੜੇ ਹੈਗੇ ਨੇ, 24 ਘੰਟਿਆਂ ਦੇ ਵਿੱਚ 2498 ਜਿਹੜੇ ਨੇ ਉਹ ਕੋਰੋਨਾ ਵਾਇਰਸ ਦੇ ਟੈਸਟ ਜਿਹੜੇ ਨੇ ਉਹ ਸਿਰਫ ਕੁਈਨਸ ਦੇ ਵਿੱਚ ਕੀਤੇ ਗਏ ਨੇ। ਲੇਕਿਨ ਦੁੱਖ ਦੀ ਗੱਲ ਹੈ ਅਜੇ ਵੀ 799 ਜਿਹੜੇ ਕੇਸ ਨੇ ਉਹ ਪੋਜ਼ਿਟਿਵ ਆਏ ਨੇ, ਜਿਨ੍ਹਾਂ ਦਾ ਪਰਸੈਂਟੇਜ ਜਿਹੜਾ ਹੈਗਾ ਉਹ 31.9% ਹੈ, ਜਿਹੜਾ ਸਭ ਤੋਂ ਜ਼ਿਆਦਾ ਹੈ ਨਿਊਯਾਰਕ ਸਿਟੀ ਦੇ ਵਿੱਚ ਸਭ ਤੋਂ ਜ਼ਿਆਦਾ। ਫਿਰ ਵੀ ਜਿਹੜਾ ਉਹ ਕੁਈਨਸ ਦਾ ਅੰਕੜਾ ਜਿਹੜਾ ਉਹ ਆ ਰਿਹਾ। ਸੋ ਇਸ ਕਰਕੇ ਤੁਹਾਨੂੰ ਬਾਰ-ਬਾਰ ਬੇਨਤੀ ਕਰਦੇ ਹਾਂ, ਇਸ ਮਹਾਮਾਰੀ ਨੇ ਅਜੇ ਆਪਣੇ ਆਪ ਨੂੰ ਸੰਕੋਚਿਆ ਨਹੀਂ ਹੈਗਾ, ਇਹ ਲਗਾਤਾਰ ਜਿਹੜਾ ਅਜੇ ਅਟੈਕ ਕਰ ਰਹੀ ਹੈ। ਤਾਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਆਪਣੇ ਆਪ ਤੇ ਕਾਬੂ ਰੱਖੋ, ਕਿਉਂਕਿ ਬਹੁਤ ਜ਼ਿਆਦਾ ਜਿਹੜਾ ਉਹ ਇਸ ਦੇ ਕਾਰਨ ਨੁਕਸਾਨ ਹੋ ਰਿਹਾ ਹੈ। WhatsApp ਦੇ ਉੱਤੇ ਅਗਰ ਅਸੀਂ ਗੱਲ ਕਰੀਏ ਸਾਡੇ ਕੋਲ ਅਨਕਨਫਰਮਡ ਜਿਹੜੀਆਂ ਨੇ ਖਬਰਾਂ ਨੇ, ਪਰ ਅਗਰ ਅਸੀਂ ਉਹਨਾਂ ਖਬਰਾਂ ਦੀ ਗੱਲ ਕਰੀਏ ਹਰ
5 ਜਾਂ 6 घंटे बाद किसी न किसी पंजाबी के देहांत की खबर जी है वो साडे कोल आउंदी है, जिहड़ी कि अपने आप च सानू दस रही है कि शायद असी अपने आप नू रोकण दे विच फेल होए हैं। सो जे जरूरी नहीं हैगा अपने घरां दे विचों जिहड़ा वो बाहर ना निकलो। सो अज दे मेन विषय दे वल जिहड़ा असी आउने आ जी, मेन विषय हैगा कि कोरोना के मारिया नू गुरु नानक का सहारा हैगा। दुनिया भर दे विच ये जिहड़ा अज टॉपिक है साडा, इस टॉपिक नू जिहड़ा सच कर दिखाया, क्योंकि कोरोना के मारे जिहड़े भी लोग हैगे ने, जिथे सरकारां उन्हां दी मदद करन दी कोशिश करदियां ने, उत्थे जिहड़ा गुरु नानक ते वंश दे विचों लोग हैगे ने, जिहड़े गुरु नानक दे समाज नू रिस्पैक्ट दिंदे ने, भावें वो सिख होण, भावें गैर सिख होण, भावें पंजाबी होण, जिन्हां नू लंगर की प्रथा का पता हैगा, जिन्हां नू दसवंध कड्ढण दा पता हैगा, जिन्हां नू पता कि मैं मानवता की सेवा करनी, वो सारे लोग जिहड़े ने सरकारां दे नाल हत्थ ना हत्थ जोड़ के जिहड़ा है इस वेले लोकाई की मदद दे विच लगे हुए ने। जे मैं इत्थे दावे दे नाल गल करदा, अज दुनिया भर दे विच एग्जाम्पल दित्ती जांदी है पंजाबियां दी, अज दुनिया भर दे विच एग्जाम्पल दित्ती जांदी है गुरु नानक दे लंगरां दी, क्योंकि जे अज ये प्रथा ना हुंदी, सोच के वेखो हालात की हुंदे। जिथे सरकारां नहीं पहुंच कर सकदियां, जिथे सरकारां सोचदियां ने कि साडे को अज ये काम जिहड़ा नहीं सोरना, जिथे सरकारां नूं लगदा है कि अज असीं 50,000 जां 30,000 बंदियां नूं अपणिआं नूं लंगर नहीं पहुंचा सकदे, वो सिर्फ एक टैलीफोन की घंटी जिहड़ी वो खड़काउंदे ने अते किसी न किसी गुरु घर दे विच वो घंटी जिहड़ी वो जांदी है, ते वो उत्ते नाल ही कहा जांदा कि अज किरपा करके जिहड़ा तुसीं 30,000 40,000 जां 50,000 लोकां दा जिहड़ा वो इस वेले लंच दा जां डिनर दा प्रबंध कर दिओ। तो नाल ही अगों कहा जाता वाहिगुरू जी जितना हुक्म होवे, तो उस करके जिहड़ा नाल ही जिहड़े ने वो प्रबंध हो जाते हैं। वो इस करके अज का जिहड़ा शो हैगा असी गुरु नानक के लंगरां नूं समर्पित कर रहे हैं, क्योंकि अज कोशिश करनी चाहिए कि असी चढ़दी कला दी गल्लां करिए, असी लोकां नूं पॉजिटिव रखण दी गल्लां करिए, तां जो उन्हां दे विच जज्बा आवे, उन्हां दे विच इस कोरोना वायरस दे नाल लड़न दी हिम्मत होवे, ते जिहड़े लोग इस महामारी दे नाल वायरस दे नाल अफेक्टेड ने उन्हां लोकां दे विच हिम्मत आवे, तो वो अपने आप नूं होर बुलंद करके अपने अपने दिल दे विच होर जीण दी इच्छा नूं पाल सकन। क्योंकि इस कोरोना वायरस के इस केसां दे विच जदों साडे कोल अपडेट आउंदी है, बहुत सारे लोग अपनी जान तो हथ इस करके धो बैठते हैं कि उन्हां दी जीण दी इच्छा जिहड़ी वो खत्म हो जाती है, जां उन्हां दे उत्ते डर इन्ना क ज़्यादा हैवी हो जाता है कि वो अपने हथों जिहड़ा वो अपने आप नूं जिहड़ा कमज़ोर समझ लैंदे ने, वो समझ लैंदे ने कि हुण मेरा जिहड़ा अंत आ गया। जदों मन दे विच ये सोच लैंदे हो कि तुहाडा अंत आ गया, वो नैचुरली तुहाडी बॉडी जिहड़ी है वो इस वायरस दे नाल लड़न दी ताकत नूं जिहड़ा वो खो बैठदी है, तो तुसीं मानसिक तौर ते जिहड़ा अपनी हार मान लैंदे हो। पर असीं तुहानूं बार-बार बेनती करदे हां, तुहानूं असीं कल दे शो दे विच भी कुछ उन्हां लोकां दे नाल मनाया सी जिहड़े लोग इस कोरोना वायरस की जंग दे विचों जित के बाहर आए ने, वो सिर्फ इस करके मिलाया सी कि तुसीं अपनी हिम्मत नूं ना हारो। लोग अपने घरां दे विच होम रेमेडीज़ दे नाल भी ठीक होए ने अते उन्हां दे विच जीण दा जज्बा सी, ते उस जज्बे दे नाल वो जित के अगे आए ने। सो अज असीं जिहड़ा अपने शो दे नाल जिहड़े खास तौर ते असीं कुछ गैसट जिहड़े ने उन्हां नूं बुलाया होया, जिहड़े वख-वख तरीके नाल दुनिया के वख-वख नुकरां दे विच चैरिटीज़ कर रहे हैं, इस वेले लोकां दा जिहड़ा भला कर रहे हैं जां उन्हां दा मदद कर रहे हैं। उन्हां दे विच खास तौर ते साडे नाल सरदार गुरमेश सिंह चीमा जी जिहड़े कि सहायक सकत्तर ने दशमेश कल्चर सेंटर कैलगरी तो, ये खास तौर ते अज साडे नाल जुड़े हुए हैं। साडे नाल सरदार सुखदेव सिंह बैनीपाल जी जिहड़े ने वो सैन होजे तो साडे नाल खास तौर ते जुड़े हुए हैं। 6 फॉर ह्यूमैनिटी दी एक तस्वीर है ने जिहड़े लगातार लोकाई की सेवा कर रहे हैं, भावें वो मास्क के रूप के विच होवे, भावें वो लंगरां के रूप के विच होवे, कोई भी किसी तरीके की मदद क्यों ना होवे, ये अपने वालों जिहड़ा इन्हां दा ग्रुप है वो 6 फॉर ह्यूमैनिटी वो लगातार जिहड़ा वो लोकाई की सेवा कर रहा है। साडे नाल खास तौर ते ज्योति मान जी हैगे ने कनेडा तो, इन्होंने खास तौर ते सानू ज्वाइन किया होया, नौजवान ने। इन्होंने मैं जरूर इत्थे दसना चाहुंदा कि अज तो 1 महीना पहला, क्योंकि मार्च 20 नूं, क्योंकि जदों भी असीं गुरु नानक की गल करते हैं तो 20 रुपइयां की गल की जाती है, भावें उस वेले रुपये नहीं सन पर उदाहरण जिहड़ी 20 रुपइयां की दी जाती है। पर उन्होंने उस तरीक नूं 20 मार्च नूं जिहड़ा वो सोचा सी कि इस वेले लोकाई ते उत्ते भीड़ पई हुई है, तो असीं कोशिश करिए कि असीं गुरु नानक के नाम के उत्ते जिहड़े भी इस वेले लोड़वंद ने उन्हां नूं लंगर छकाइए। जिहड़े भी भावें लोड़वंद, भावें वो बच्चे होण, स्टूडेंट्स होण, बजुर्ग होण, तो इन्हों ने जी अपने तकरीबन 50 के करीब वलंटीयर्स जोड़े इकट्ठे किए, तो अज ये लगातार वो जोड़े 31 दिन तो उत्ते हो गए ने लोकाई की सेवा करने।
ਸੋ ਤੁਹਾਡੇ ਸਾਰਿਆਂ ਦਾ ਇੱਥੇ ਬਹੁਤ ਬਹੁਤ ਸਵਾਗਤ ਹੈਗਾ ਜੀ ਇਸ ਖਾਸ ਸ਼ੋਅ ਦੇ ਵਿੱਚ। ਮੈਂ ਫਤਿਹ ਬੁਲਾ ਲੈਣਾ ਪਹਿਲਾਂ ਸਾਰਿਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਖਾਲਸਾ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ। ਮੈਂ ਜਦੋਂ ਵੀ ਗੱਲ ਕਰਦਾ, ਭਾਵੇਂ ਸਾਡੇ ਉੱਤੇ ਕਾਫੀ ਭੀੜਾਂ ਪਈਆਂ ਨੇ, ਪਰ ਇੱਕ ਐਗਜ਼ੈਂਪਲ ਜਿਹੜੀ ਆ ਉਹ ਇਸ ਤਰੀਕੇ ਨਾਲ ਦਿੱਤੀ ਜਾਂਦੀ ਹੈ, ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਮੰਨੂ ਸਾਨੂੰ ਵੱਢਦਾ ਅਸੀਂ ਦੂਨ ਸਵਾਏ ਹੋਏ। ਲੱਖ ਭੀੜਾਂ ਪਈਆਂ ਨੇ, ਲੱਖ ਸਾਡੇ ਦੇ ਉੱਤੇ ਹਮਲੇ ਹੋਏ ਨੇ, ਆਪਣੇ ਤਰੀਕੇ ਨਾਲ ਅਸੀਂ ਟੁੱਟੇ ਵੀ ਹਾਂ, ਕਈ ਵਾਰੀ ਫਿਰ ਹਿੰਮਤ ਕੀਤੀ ਆ, ਫਿਰ ਲੜੇ ਵੀ ਆ। ਪਰ ਅੱਜ ਦੁਨੀਆ ਭਰ ਦੇ ਵਿੱਚ ਗੁਰੂ ਨਾਨਕ ਨੇ ਜਿਸ ਤਰੀਕੇ ਨਾਲ ਸਾਨੂੰ ਪੰਗਤ ਦੀ ਸਿੱਖ ਦਿੱਤੀ ਸੀ ਕਿ ਪੰਗਤ ਜਿਹੜੀ ਉਹ ਲਾਉਣੀ ਬੜੀ ਜ਼ਰੂਰੀ ਹੈ, ਦਸਵੰਧ ਕੱਢਣਾ ਬੜਾ ਜ਼ਰੂਰੀ ਹੈ, ਗ੍ਰਸਤੀ ਜੀਵਨ ਦੇ ਵਿੱਚ ਜਾ ਕੇ ਵੀ ਤੁਹਾਨੂੰ ਸੇਵਾ ਕਰਨ ਦੀ ਬੜੀ ਜ਼ਰੂਰਤ ਹੈਗੀ ਹੈ। ਅੱਜ ਵੇਖੋ ਉਹ ਚੀਜ਼ਾਂ ਜਿਹੜੀਆਂ ਨੇ ਕਿਸ ਤਰੀਕੇ ਨਾਲ ਸਾਡੇ ਕੰਮ ਆ ਰਹੀਆਂ ਨੇ, ਤਾਂ ਦੁਨੀਆ ਭਰ ਦੇ ਵਿੱਚ ਜਿਹੜਾ ਅਸੀਂ ਲੋਕਾਈ ਦੀ ਸੇਵਾ ਕਰ ਰਹੇ ਹਾਂ। ਮੈਂ ਚੀਮਾ ਸਾਹਿਬ ਇਹ ਕਨਸੈਪਟ ਬਾਰੇ ਤੁਹਾਨੂੰ ਪੁੱਛਣਾ ਚਾਹਾਂਗਾ ਕਿ ਇਹ ਕਿੱਥੋਂ ਤੁਹਾਡੇ ਮਨ ਦੇ ਵਿੱਚ ਆਇਆ ਕਿ ਆਪਾਂ ਇਸ ਉੱਤੇ ਵੀ ਕੰਮ ਕਰੀਏ, ਤੇ ਜਿਹੜੇ ਗੁਰੂ ਘਰ ਦੇ ਵਜ਼ੀਰ ਨੇ ਜਿਨ੍ਹਾਂ ਦੇ ਵਿੱਚ ਢਾਡੀ ਸਿੰਘ ਵੀ ਹੈਗੇ ਨੇ, ਜਿਨ੍ਹਾਂ ਦੇ ਵਿੱਚ ਕਵੀਸ਼ਰੀ ਵੀ ਹੈਗੇ ਨੇ, ਜਿਨ੍ਹਾਂ ਦੇ ਵਿੱਚ ਕਥਾਵਾਚਕ ਹੈਗੇ ਨੇ, ਇਹ ਆਪਣੇ ਆਪ 'ਚ ਕੀਰਤਨੀਏ ਹੈਗੇ ਨੇ, ਉਹਨਾਂ ਦੇ ਬਾਰੇ ਤੁਹਾਨੂੰ ਇਹ ਕਿੱਥੋਂ ਸੋਚ ਆਈ ਕਿ ਆਪਾਂ ਕੁਛ ਨਾ ਕੁਛ ਕਰਨਾ ਹੈ? ਹਾਂਜੀ, ਗੱਲ ਇਸ ਤਰ੍ਹਾਂ ਹੈ ਜੀ, ਜਿਸ ਤਰ੍ਹਾਂ ਇਹ ਪ੍ਰਚਾਰਕ ਰਾਗੀ ਸਿੰਘ ਢਾਡੀ ਸਿੰਘ ਸਾਡੇ ਕੋਲ ਵੀ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਆਏ ਹੋਏ ਨੇ, ਤੇ ਆਪਾਂ ਸਭ ਦੇ ਬਾਰੇ ਸੋਚਦੇ ਹਾਂ। ਜਦੋਂ ਲੰਗਰ ਲਾਉਂਦੇ ਹਾਂ ਤਾਂ ਦੇਖਦੇ ਹਾਂ ਤਾਂ ਬਾਕੀ ਕਮਿਊਨਿਟੀਆਂ ਵਾਸਤੇ ਜਾਂ ਸਾਰਿਆਂ ਵਾਸਤੇ ਸਰਬੱਤ ਦੇ ਭਲੇ ਦਾ ਲੰਗਰ ਲੱਗਦਾ ਹੈ, ਚਲੋ ਉਹ ਵੀ ਲੱਗਣੇ ਚਾਹੀਦੇ ਨੇ। ਪਰ ਸਭ ਤੋਂ ਸਾਡੀ ਇਸ ਪਾਸੇ ਵੀ ਇੱਕ ਸੋਚ ਸੀ ਸਾਡੀ ਕਮੇਟੀ ਦੀ, ਸੰਗਤਾਂ ਦੇ ਸਹਿਯੋਗ ਦੇ ਨਾਲ ਸਾਨੂੰ ਇਸ ਪਾਸੇ ਵੀ ਸੋਚਣਾ ਚਾਹੀਦਾ ਸੀਗਾ ਕਿ ਜੋ ਵੀ ਹੈਗੇ ਆ ਆਪਣੇ ਪ੍ਰਚਾਰਕ, ਕਿਉਂਕਿ ਉਹ ਪੰਜਾਬ ਤੋਂ ਆਏ ਹੋਏ ਨੇ, ਇੱਥੇ ਆ ਕੇ ਕਰੋਨਾ ਵਾਇਰਸ ਕਰਕੇ ਫਲਾਈਟਾਂ ਨਾ ਜਾਣ ਕਰਕੇ ਸਟਕ ਹੋ ਗਿਆ, ਕਿਉਂਕਿ ਉਹ ਵੀ ਪਿੱਛੇ ਫੈਮਿਲੀ ਛੱਡ ਕੇ ਆਏ ਨੇ। ਉਹਨਾਂ ਨੂੰ ਵੀ ਆਪਣਾ ਫਰਜ਼ ਬਣਦਾ ਹੈ ਕਿ ਉਹਨਾਂ ਦੀ ਜਿਸ ਤਰ੍ਹਾਂ ਆਰਥਿਕ ਮਦਦ ਕੀਤੀ ਜਾਵੇ, ਕਿਉਂਕਿ ਅੱਜ ਕੱਲ੍ਹ ਕਰੋਨਾ ਦੇ ਕਰਕੇ ਗੁਰੂ ਘਰ ਦੇ ਵਿੱਚ ਵੀ ਸਾਨੂੰ ਹੈਲਥ ਜਿਹੜੀਆਂ ਇੰਸਟਰਕਸ਼ਨਸ ਆਉਂਦੀਆਂ ਹੈਲਥ ਮਹਿਕਮੇ ਵੱਲੋਂ, ਉਹਨਾਂ ਦਾ ਪਾਲਣ ਕਰਨਾ ਪੈਂਦਾ ਸਾਨੂੰ। ਜਿਹੜਾ ਦਰਬਾਰ ਹਾਲ ਦੇ ਵਿੱਚ ਹਾਜ਼ਰੀ ਨਹੀਂ ਲੱਗਦੀ, ਤੇ ਇਸ ਕਰਕੇ ਉਹਨਾਂ ਦੀ ਜਿਹੜੀ ਆਰਥਿਕ ਸਹਾਇਤਾ ਸਾਨੂੰ ਇਸ ਤਰ੍ਹਾਂ ਹੀ ਕਰਨੀ ਪੈਣੀ ਆ, ਤੇ ਤਾਂ ਕਿ ਉਹ ਵੀ ਇਹ ਮਹਿਸੂਸ ਨਾ ਕਰਨ ਕਿ ਅਸੀਂ ਆਏ ਸੀ ਫੈਮਿਲੀ ਪਰਿਵਾਰ ਪਿੱਛੇ ਛੱਡ ਕੇ ਤੇ ਸਾਡਾ ਕੋਈ ਨਹੀਂ ਹੈਗਾ। ਪਰ ਫਿਰ ਵੀ ਚਲੋ ਮਹਾਰਾਜ ਨੇ ਇਹ ਗੁਰੂ ਮਹਾਰਾਜ ਨੇ ਇਸ ਕਮੇਟੀ ਨੂੰ ਇਸ ਤਰ੍ਹਾਂ ਦੀ ਸੋਚਣ ਦੀ ਸ਼ਕਤੀ ਬਖਸ਼ਿਸ਼ ਕੀਤੀ ਆ ਕਿ ਇਹਨਾਂ ਬਾਰੇ ਅਸੀਂ ਸੋਚ ਰਹੇ ਹਾਂ। ਤੇ ਹੁਣ ਅਸੀਂ ਇਸ ਕਮੇਟੀ ਨੇ ਫਿਰ ਜੀ ਚੀਮਾ ਸਾਹਿਬ, ਹਾਂਜੀ, ਫਿਰ ਇਸ ਚੀਮਾ ਸਾਹਿਬ ਆਪਾਂ ਬਾਅਦ ਚ ਅਸੀਂ ਇਹਦੇ ਉੱਤੇ ਨਾਲ, ਕਿਉਂਕਿ ਆਪਣੇ ਕੋਲ ਕਾਫੀ ਲੰਮਾ ਸਮਾਂ ਹੈਗਾ, ਜੀ ਅਸੀਂ ਹਰ ਇੱਕ ਜੀ ਪੁਆਇੰਟ ਨੂੰ ਜਿਹੜਾ ਉਹ ਵੈਲਿਡ ਬਾਅਦ ਚ ਜਿਹੜਾ ਨਾਲ ਨਾਲ ਗੱਲ ਕਰਦੇ ਹਾਂ। ਜੋਤੀਮਾਨ ਜੀ, ਮੈਂ ਤੁਹਾਡੇ ਕੋਲ ਆਉਣਾ ਜੀ। ਬਤੌਰ ਨੌਜਵਾਨ ਤੁਸੀਂ ਵੀ ਆਪਣੇ ਬਜ਼ੁਰਗਾਂ ਕੋਲ ਸੁਣਿਆ ਹੋਵੇਗਾ ਕਿ ਸਾਡੇ ਕਿਉਂਕਿ ਗੁਰੂ ਘਰ ਦੇ ਵਿੱਚ ਅਸੀਂ ਅਕਸਰ ਜਾਂਦੇ ਹਾਂ, ਸਾਨੂੰ ਇਹ ਸਾਡੇ ਵਿਰਸੇ ਦੇ ਵਿੱਚ ਮਿਲਿਆ ਜਾਚ ਕਿ ਆਪਾਂ ਕਿਸ ਤਰੀਕੇ ਨਾਲ ਲੋਕਾਈ ਦੀ ਸੇਵਾ ਕਰਨੀ ਹੈ। ਪਰ ਇਸ ਵੇਲੇ ਜਦੋਂ ਇੱਕਦਮ ਭੀੜ ਪਈ ਸੀ, ਹਰ ਇੱਕ ਨੂੰ ਹੀ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਤੁਹਾਡੇ ਮਨ ਦੇ ਵਿੱਚ ਇਹ ਕਿੱਥੋਂ ਆਈਡੀਆ ਆਇਆ ਕਿ ਆਪਾਂ ਲੋਕੀ ਜਿਹੜੇ ਕਿਤੇ ਨਾ ਕਿਤੇ ਦਾਨ ਕਰਨਾ ਚਾਹੁੰਦੇ ਨੇ, ਜਿਹੜੇ ਇਸ ਵੇਲੇ ਲੋਕਾਈ ਦੀ ਸੇਵਾ ਕਰਨਾ ਚਾਹੁੰਦੇ ਨੇ, ਅਸੀਂ ਉਹਨਾਂ ਨਾਲ ਜੁੜੀਏ ਅਤੇ ਜੋ ਵੀ ਪ੍ਰਬੰਧ ਹੁੰਦੇ ਨੇ ਉਹਨਾਂ ਪ੍ਰਬੰਧਾਂ ਨੂੰ ਪੂਰੇ ਕਰਕੇ ਅਸੀਂ ਹੋਰ ਜਿਹੜੇ ਲੋਕੀ ਲੋੜਵੰਦ ਨੇ ਉਹਨਾਂ ਤੱਕ ਮਦਦ ਪਹੁੰਚਾਈਏ। ਇਹ ਕਨਸੈਪਟ ਤੁਹਾਡੇ ਦਿਮਾਗ 'ਚ ਕਿੱਥੋਂ ਆਇਆ? ਪਹਿਲਾਂ ਤਾਂ ਚੜ੍ਹਦੀ ਕਲਾ ਟਾਈਮ ਟੀਵੀ ਦੇਖ ਰਹੇ ਸਾਰੇ ਰੱਬ ਵਰਗੇ ਸਰੋਤਿਆਂ ਨੂੰ ਫਤਿਹ ਬੁਲਾਉਂਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਤੇ ਜਿੱਥੇ ਫਤਿਹ ਜਿੱਥੇ ਵੀ ਜੀ। ਸਾਡੀ ਆਵਾਜ਼ ਜਾ ਰਹੀ ਆ, ਇਹ ਤਾਂ ਆ ਜੀ, ਦੇਖ ਕਰੋਨਾ ਵਰਗੀ ਜਿਹੜੀ ਬਿਮਾਰੀ ਆ, ਜਿਹ ਤੋਂ ਲੋਕ ਡਰਦੇ ਆਪਦੇ ਘਰਾਂ ਦੇ ਵਿੱਚ ਇੱਕ ਦੂਜੇ ਕੋਲ ਜਾਣ ਲੱਗੇ ਵੀ ਆਪਦੇ ਹੱਥ ਵਾਸ਼ ਕਰਦੇ ਆ। ਤੇ ਅਸੀਂ ਬੈਠੇ ਬੈਠੇ ਸੋਚਿਆ ਵੀ ਬਾਬੇ ਨਾਨਕ ਦਾ ਲੰਗਰ, ਕੁਦਰਤੀ ਉਸ ਦਿਨ 20 ਤਰੀਕ ਸੀਗੀ, ਅਸੀਂ ਸੋਚਿਆ ਵੀ ਕੁਛ ਇਹੋ ਜਿਹਾ ਕੀਤਾ ਜਾਵੇ ਜਿਹਦੇ ਨਾਲ ਜਿੱਥੇ ਸਾਡੇ ਪੰਜਾਬੀਆਂ ਦਾ ਨਾਮ ਰੋਸ਼ਨ ਹੋਵੇ। ਤੇ ਅਸੀਂ ਬੈਠ ਕੇ ਸੋਚਣ ਲੱਗੇ ਵੀ ਕੀ ਨਾਮ ਰੱਖਿਆ ਜਾਵੇ। ਤੇ ਇੱਕਦਮ ਮਨ ਦੇ ਵਿੱਚ ਹੈ PFS, ਵੀ ਪੰਜਾਬੀ ਫੂਡ ਸੇਵਾ ਆਪਾਂ ਨਾਮ ਰੱਖੀਏ, ਜਿਹਦੇ ਵਿੱਚ ਪੰਜਾਬ ਦੇ ਰਹਿਣ ਵਾਲੇ, ਚਾਹੇ ਹਿੰਦੂ ਆ, ਮੁਸਲਿਮ ਆ, ਸਿੱਖ ਆ, ਚਾਹੇ ਈਸਾਈ ਆ, ਸਾਰਿਆਂ ਦਾ ਇਹ ਲੱਗੇ ਵੀ ਸਾਂਝਾ ਵਾ, ਵੀ ਜਿਹੜਾ ਵੀ ਪੰਜਾਬੀ ਬੋਲਦਾ, ਸੁਣਦਾ, ਸਮਝਦਾ, ਉਹਦੀ ਮਦਦ ਕੀਤੀ ਜਾਵੇ। ਤੇ ਉੱਥੇ ਨਾਲ ਨਾਲ ਇਹ ਵੀ ਦੱਸਦੇ ਵੀ ਸਾਨੂੰ ਜਦੋਂ ਸ਼ੁਰੂ ਕੀਤਾ ਤਾਂ ਬਾਬੇ ਨਾਨਕ ਦੀ ਕਿਰਪਾ ਨਾਲ ਜਿਹੜਾ 20 ਰੁਪਏ ਦਾ ਲੰਗਰ ਉਹਨਾਂ ਦਾ 20 ਮਾਰਚ ਨੂੰ 2020 ਦੇ ਵਿੱਚ ਚਲਾਇਆ। ਕੁਦਰਤੀ ਤਿੰਨ ਚੀਜ਼ਾਂ ਇਕੱਠੀਆਂ ਹੋ ਗਈਆਂ, 20 ਮਾਰਚ 2020 ਤੇ ਬਾਬੇ ਨਾਨਕ ਦਾ 20 ਰੁਪਏ ਦਾ ਲੰਗਰ ਚਲਾਇਆ। ਤੇ ਇੰਨਾ ਜ਼ਿਆਦਾ ਪਿਆਰ ਮਿਲ ਰਿਹਾ ਸੰਗਤਾਂ ਦਾ ਵੀ ਬਾਅਦ ਦੇ ਵਿੱਚ ਆਪਾਂ ਚਾਹਾਂਗੇ ਤੁਹਾਡੇ ਨਾਲ 1 ਬਾਏ 1 ਆਪਾਂ ਇਹਦੇ ਉੱਤੇ ਲੰਬੀ ਗੱਲਬਾਤ ਕਰਾਂਗੇ। ਤੇ ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ ਜਿਹੜੇ
ਇਹ ਵਧੀਆ ਸੋਚ ਜਾਂ ਵਧੀਆ ਲੋਕਾਂ ਨੂੰ ਲਿਆ ਕੇ ਲੋਕਾਂ ਦੇ ਸਨਮੁਖ ਲੋਕਾਂ ਦੇ ਰੂਬਰੂ ਕਰਦੇ ਆ, ਜਿਹਦੇ ਨਾਲ ਲੋੜਵੰਦਾਂ ਤੱਕ ਇਹ ਮੈਸੇਜ ਪਹੁੰਚਦਾ ਵਾ। ਤੇ ਤਾਂ ਹੀ ਅਸੀਂ ਨਾਂ ਰੱਖਿਆ ਵੀ ਪੰਜਾਬੀ ਫੂਡ ਸੇਵਾ, ਜਿਹਦੇ ਵਿੱਚ ਸਾਨੂੰ ਸਾਡੇ ਜੇ ਲੀਡਰਸ਼ਿਪ ਦੀ ਗੱਲ ਕਰੀਏ ਲੋਕਲ ਦਾ, ਤੇ ਬਾਕੀ ਪ੍ਰਾਊਡ ਫੀਲ ਹੁੰਦਾ ਵਾ ਸਾਨੂੰ ਆਪਦੇ ਵਲੰਟੀਅਰਸ ਤੇ, ਸਾਨੂੰ ਆਪਦੀ ਪੰਜਾਬੀ ਕੌਮ ਤੇ, ਇਹ ਬਾਬਾ ਨਾਨਕ ਜੀ ਜਿਨ੍ਹਾਂ ਦੇ ਸਾਨੂੰ ਇਹ 20 ਰੁਪਏ ਦਾ ਲੰਗਰ ਦਿੱਤਾ, ਤੇ ਜਿਹੜਾ ਅੱਜ ਪੂਰੇ ਵਰਲਡ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਦੁਨੀਆ ਵਿੱਚ ਚੱਲ ਰਿਹਾ ਜੀ। ਅਸੀਂ ਬਹੁਤ ਸਾਰੇ ਜਿਹੜੇ ਵਲੰਟੀਅਰਸ ਬਾਰੇ ਸੁਣਦੇ ਹਾਂ, ਜਿਹੜੇ ਕਹਿੰਦੇ ਨੇ ਕਿ ਜਿਹੜੇ ਟਨਾਡ ਲੋਕ ਨੇ, ਜਿਹੜੇ ਅਮੀਰ ਲੋਕ ਨੇ, ਜਿਨ੍ਹਾਂ ਦੇ ਮਨ ਦੇ ਵਿੱਚ ਸੇਵਾ ਭਾਵ ਹੈਗੇ ਨੇ ਵੀ ਉਹ ਕੋ $5000 ਲੈ ਲਓ, ਉਹ ਕੋ $10,000 ਲੈ ਲਓ, ਤੇ ਆਪਾਂ ਵੱਡਾ ਸਾਰਾ ਜਿਹੜਾ ਉਹ ਲੰਗਰ ਲਾ ਦਿੰਦੇ ਹਾਂ। ਪਰ ਬਹੁਤ ਸਾਰੇ ਲੋਕੀ ਇਹ ਵੀ ਹੁੰਦੇ ਨੇ ਜਿਹਦੀ ਸਿਰਫ ਤੇ ਸਿਰਫ ਇੱਛਾ ਹੁੰਦੀ ਹੈ ਕਿ ਭਾਵੇਂ ਮੈਂ ਇੱਕ ਲੂਣ ਦਾ ਪੈਕਟ ਹੀ ਦੇਵਾਂ, ਭਾਵੇਂ ਮੈਂ ਇੱਕ ਚਨੇ ਦੀ ਦਾਲ ਦਾ ਪੈਕਟ ਦੇ ਦਾਂ, ਭਾਵੇਂ ਮੈਂ ਇੱਕ ਆਟੇ ਦੀ ਬੋਰੀ ਦੇ ਦਾਂ। ਉਹਨਾਂ ਲੋਕਾਂ ਦੇ ਮਨ ਦੇ ਵਿੱਚ ਵੀ ਭਾਵ ਉੱਠਦੇ ਨੇ ਕਿ ਮੈਂ ਵੀ ਜਿਹੜਾ ਕਿਤੇ ਨਾ ਕਿਤੇ ਸੇਵਾ ਕਰਨੀ ਹੈ। ਪਰ ਜਿਸ ਤਰ੍ਹਾਂ ਤੁਸੀਂ ਦੱਸਿਆ ਸੀ ਮੈਨੂੰ ਕਿ ਤੁਸੀਂ ਗਰੋਸਰੀ ਸਟੋਰ ਦੇ ਬਾਹਰ ਇੱਕ ਟਰੱਕ ਲਾਇਆ ਹੋਇਆ, ਤੇ ਜਿਹੜਾ ਵੀ ਬੰਦਾ ਆਵੇ ਉਹ ਆਪਣੀ ਇੱਛਾ ਦੇ ਮੁਤਾਬਿਕ, ਜੇ ਕਿਸੇ ਦੀ ਇੱਕ ਲੂਣ ਦੀ ਗੁੱਥੀ ਦੇਣ ਦੀ ਜਿਹੜੀ ਸ਼ਰਧਾ ਹੈਗੀ ਉਹ ਵੀ ਦੇ ਜਾਏ, ਤੇ ਉਹ ਵੀ ਹੱਥ ਜੋੜ ਕੇ ਤੁਸੀਂ ਉਹਨੂੰ ਐਕਸੈਪਟ ਕਰ ਲੈਂਦੇ ਹੋ। ਇਹ ਆਪਣੇ ਆਪ 'ਚ ਕਿੰਨਾ ਕੁ ਵਧੀਆ ਕਨਸੈਪਟ ਲੱਗਦਾ ਹੈ, ਤੇ ਲੋਕ ਕੀ ਇਹਨੂੰ ਕਿੰਨਾ ਕੁ ਪਿਆਰ ਕਰਦੇ ਨੇ ਇਸ ਕਨਸੈਪਟ ਨੂੰ? ਜਿਹੜਾ ਜੀ ਪੰਜਾਬੀ ਫੂਡ ਸੇਵਾ ਜਦੋਂ ਸ਼ੁਰੂ ਕੀਤਾ ਸੀ, ਇਹਦੇ ਵਿੱਚ ਇੱਕ ਚੀਜ਼ ਦਾ ਬਹੁਤ ਧਿਆਨ ਰੱਖਿਆ ਗਿਆ ਸੀਗਾ ਵੀ ਕਿਸੇ ਵੀ ਬਿਜ਼ਨਸਮੈਨ ਦਾ ਕੋਈ ਮੋਹਰ ਨਾ ਲੱਗੇ ਇਹਦੇ ਉੱਤੇ, ਤੇ ਨਾ ਹੀ ਕਿਸੇ ਇੱਕ ਦੀ ਇਹ ਸੰਸਥਾ ਹੋਵੇ। ਇਹ ਐਂ ਲੱਗੇ ਵੀ ਜਿਹੜਾ ਬੰਦਾ ਵੀ ਇਹਦੇ ਵਿੱਚ ਸੇਵਾ ਕਰ ਰਿਹਾ ਉਹਨੂੰ ਇਹ ਲੱਗੇ ਵੀ ਇਹ ਮੇਰੀ ਸੰਸਥਾ ਵਾ, ਵੀ ਇਹ ਮੇਰੀ ਸੇਵਾ, ਵੀ ਇੱਕ ਉਹਦੇ ਵਿੱਚ ਕੋਈ ਇਹ ਨਾ ਲੱਗੇ ਕੋਈ ਖਾਸ ਆ। ਤੇ ਅਸੀਂ ਵੀਕਐਂਡ ਦੇ ਉੱਤੇ ਜਿਵੇਂ ਫਰਾਈਡੇ, ਸੈਟਰਡੇ, ਸੰਡੇ 3 ਦਿਨ ਲਗਾਤਾਰ ਅਸੀਂ ਆਪਦੇ ਵਲੰਟੀਅਰ 12 ਵਜੇ ਤੋਂ ਲੈ ਕੇ 6 ਵਜੇ ਤੱਕ ਵੱਖ-ਵੱਖ ਸਟੋਰਾਂ ਮੂਹਰੇ ਜਿਹੜੀਆਂ ਕਾਰਟਸ ਹੁੰਦੀਆਂ, ਟਰਾਲੀ ਜਿਹਦੇ ਵਿੱਚ ਗਰੋਸਰੀ ਕਰਦੇ ਆ, ਉਹ ਲੈ ਕੇ ਖੜਾਉਂਦੇ, ਜਿਹਦੇ ਹੱਥਾਂ ਵਿੱਚ ਬੋਰਡ ਫੜੇ ਹੁੰਦੇ ਆ। ਤੇ ਉਹ ਨਾਲੇ ਤਾਂ ਜਿਹੜੇ ਅੰਦਰ ਜਾਂਦੇ ਆ ਗਰੋਸਰੀ ਕਰਨ ਉਹਨਾਂ ਨੂੰ ਸੈਨੀਟਾਈਜ਼ਰ ਕਰਾਉਂਦੇ ਆ ਪ੍ਰੋਪਰ ਤਰੀਕੇ ਨਾਲ, ਤੇ ਨਾਲੇ ਉਹਨਾਂ ਨੂੰ ਕਹਿੰਦੇ ਆ ਵੀ ਕੁਛ ਨਾ ਕੁਛ ਡੋਨੇਟ ਕਰੋ। ਜਿਵੇਂ ਪਰਿਵਾਰ ਆਉਂਦੇ ਆ ਬਾਹਰ, ਉਹ ਕੋਈ ਆਟਾ ਦੇ ਗਿਆ, ਕੋਈ ਦੁੱਧ ਦੇ ਗਿਆ, ਕੋਈ ਲੂਣ ਦੇ ਗਿਆ, ਕੋਈ ਚਾਹ ਪੱਤੀ ਦੇ ਗਿਆ। ਜਿੰਨੇ ਵੀ ਪਰਿਵਾਰ ਗਰੋਸਰੀ ਕਰਦੇ ਆ, ਹੁਣ ਮੋਸਟਲੀ ਸਭ ਨੂੰ ਪਤਾ ਲੱਗ ਗਿਆ ਵੀ ਬਾਹਰ ਪੰਜਾਬੀ ਫੂਡ ਸੇਵਾ ਦੀਆਂ ਜਿਹੜੇ ਟਰਾਲੀਆਂ ਨੇ ਉਹ ਵੀਕਐਂਡ ਦੇ ਉੱਤੇ ਖੜਦੀਆਂ ਨੇ, ਫਰਾਈਡੇ, ਸੈਟਰਡੇ, ਸੰਡੇ, ਤੇ ਲੋਕ ਉਹਦੇ ਵਿੱਚ ਲਿਆ ਕੇ ਇੰਨੀ ਤਿਲ ਫੁੱਲ ਪਾਉਂਦੇ ਆ ਵੀ ਜੇ ਗੱਲ ਕਰੀਏ ਇੱਕ ਦਿਨ ਦੇ ਵਿੱਚ ਅਸੀਂ 50 ਤੋਂ 70 ਫੈਮਲੀਆਂ ਦਾ ਫੂਡ ਉੱਥੋਂ ਇਕੱਠਾ ਕਰ ਲਈਦਾ ਵਾ 10-12 ਸਟੋਰਾਂ ਤੋਂ। ਤੇ ਫਿਰ ਉਹਨੂੰ ਪੂਰੀ ਵੀਕ ਅਸੀਂ ਜਿੱਥੇ ਡਿਲੀਵਰੀਆਂ ਆਉਂਦੀਆਂ ਵਾ ਡਿਲੀਵਰੀਆਂ ਕਰੀਦੀਆਂ ਵਾ, ਤੇ ਅਸੀਂ ਰੂਟ ਪਲਾਨ ਕਰ ਲਏ ਜਿੰਨੇ ਵਲੰਟੀਅਰ ਵੀ, ਜਿਹਨੇ ਮੰਨ ਲਓ ਜੇ ਕਿਸੇ ਨੇ ਬਰੈਂਪਟਨ ਦੇ ਆਹ ਸਟਰੀਟ ਤੇ ਜਾਣਾ ਵਾ, ਉਹਦਾ ਘਰ ਆ, ਉਹਨੂੰ 2-3 ਡਿਲੀਵਰੀਆਂ ਦੇ ਦਈਏ, ਫਿਰ ਦੂਜੇ ਨੇ ਜਾਣਾ ਮਿਸਾਗਾ 'ਚ ਉਹਨੂੰ ਦੇ ਦੇਦੀਆਂ। ਤੇ ਮੋਸਟਲੀ ਅਸੀਂ ਇਹ ਵੀ ਬੇਨਤੀ ਕਰੀਦੀ ਆ ਪਰਿਵਾਰਾਂ ਨੂੰ ਵੀ ਤੁਸੀਂ ਆ ਕੇ ਸਾਡੇ ਐਡਰੈਸ ਦੇ ਉੱਤੇ ਆ ਕੇ ਤੁਸੀਂ ਲੈ ਵੀ ਸਕਦੇ ਹੋ ਵੀ। ਤੇ ਜਦੋਂ ਕੋਈ ਸਾਨੂੰ ਪੁੱਛਦਾ ਵਾ ਵੀ ਇਹ ਕਿਹਦੇ ਲਈ ਆ, ਕਿਹੜੀ ਜਾਤ ਲਈ ਆ, ਅਸੀਂ ਕਹਿੰਦੇ ਵੀ ਜਿਹੜਾ ਕੋਈ ਨੀਡੀ ਆ, ਵੀ ਤੁਹਾਨੂੰ ਪਤਾ ਵਾ ਵੀ ਤੁਸੀਂ ਲੋੜਵੰਦ ਹੋ, ਤੁਸੀਂ ਇਹ ਸੋਚ ਕੇ ਇਹ ਫੂਡ ਲੈ ਕੇ ਜਾਏ ਵੀ ਜੇ ਤੁਸੀਂ ਲੋੜਵੰਦ ਨਹੀਂ ਹੈਗੇ, ਇਹ ਨਾ ਲੱਗੇ ਵੀ ਤੁਹਾਡਾ ਤੁਸੀਂ ਕਿਸੇ ਦਾ ਹੱਕ ਮਾਰ ਲਓ ਵੀ ਇਹ ਫੂਡ ਅਸੀਂ ਸਹੀ ਹੱਥਾਂ ਦੇਣਾ ਚਾਹੁੰਦੇ ਹਾਂ, ਪਰ ਸਾਡੇ ਕੋਲ ਕੋਈ ਮੀਟਰ ਜਾਂ ਸਾਡੇ ਕੋਲ ਕੋਈ ਇਹੋ ਜਿਹਾ ਜਾਦੂ ਸ਼ਕਤੀ ਤਾਂ ਹੈ ਨਹੀਂ ਵੀ ਸਾਨੂੰ ਪਤਾ ਲੱਗ ਜੂ ਵੀ ਕੌਣ ਬੰਦਾ ਨੀਡੀ ਆ ਕੌਣ ਨਹੀਂ ਨੀਡੀ। ਪਰ ਅਸੀਂ ਬਾਬੇ ਨਾਨਕ ਵੱਲੋਂ ਸੇਵਾ ਜਿਹੜੀ ਚਲਾਈ ਆ ਉਹ ਕਰੀ ਜਾਂਦੇ ਆ, ਤੇ ਲੋਕ ਇੰਨਾ ਭਰਮਾ ਹੰਗਾਰਾ ਦੇ ਰਹੇ ਆ। ਤੇ ਇਹਦੇ ਵਿੱਚ ਪੂਰੇ ਅਸੀਂ ਗਰਵ ਨਾਲ ਕਹਿ ਸਕਦੇ ਹਾਂ ਕਿਸੇ ਬਿਜ਼ਨਸਮੈਨ ਦੀ ਕੋਈ ਸਟੈਂਪ ਨਹੀਂ ਹੈਗੀ ਵੀ ਜੇ ਉਹ ਕਹਿ ਦੂ ਵੀ ਮੈਂ ਪੈਸੇ ਦਿੰਦਾ ਤਾਂ ਇਹ ਸੰਸਥਾ ਚੱਲਦੀ ਹੈ। ਨਹੀਂ, ਇਹ ਹਰ ਉਸ ਬੰਦੇ ਕਰਕੇ ਆ ਜਿਹੜਾ ਗਰੋਸਰੀ ਲੈਣ ਜਾਂਦਾ ਵਾ, ਜਿਹੜਾ ਕਹਿੰਦਾ ਵਾ ਵੀ ਇੱਕ ਥੈਲੀ। ਤੇ ਹਾਂ, ਧੰਨਵਾਦ ਕਰਦੇ ਹਾਂ ਜ਼ਰੂਰ ਪੰਜਾਬੀ ਗਰੋਸਰੀ ਸਟੋਰਾਂ ਦਾ, ਜਿਹੜੇ ਸਾਨੂੰ ਉੱਥੇ ਖੜਨ ਦਿੰਦੇ ਆ, ਜਿਹੜੇ ਕਹਿੰਦੇ ਆ ਤੁਸੀਂ ਫੂਡ ਇਕੱਠਾ ਕਰੋ, ਸਾਡੀ ਜਿਹੜੇ ਮਦਦ ਕਰਦੇ ਆ। ਤੇ ਮੋਸਟਲੀ ਇਹਦੇ ਵਿੱਚ ਪਰਿਵਾਰਾਂ ਦਾ ਬਹੁਤ ਵੱਡਾ ਯੋਗਦਾਨ ਆ। ਤੇ ਜਿੱਥੇ ਕੈਨੇਡਾ ਵਰਗੀ ਕੰਟਰੀ ਵਿੱਚ ਸਾਡੇ ਪੰਜਾਬ ਤੋਂ ਆਏ ਬੱਚਿਆਂ ਨੂੰ ਨਿੰਦਿਆ ਜਾਂਦਾ ਸੀ ਵੀ ਇਹ ਲੜਾਈਆਂ ਝਗੜੇ ਕਰਦੇ ਆ, ਤੇ ਅੱਜ ਉਹ 80% ਬੱਚੇ ਆ ਜਿਹੜੇ ਅਸੀਂ ਫੋਟੋਆਂ ਵੀ ਪਾਉਂਦੇ ਹੁੰਦੇ ਆ ਵੀਕਐਂਡ ਤੇ ਆਪਣੇ ਮਨੀਸ਼ ਜੀ ਉਹ ਸੇਵਾਵਾਂ ਕਰਦੇ ਆ ਜੀ। ਤੇ ਇਹ ਪੰਜਾਬੀ ਫੂਡ ਸੇਵਾ ਨੂੰ ਪਿਆਰ ਮਿਲ ਰਿਹਾ ਜੀ ਲੋਕਾਂ ਵੱਲੋਂ। ਹੋਰ ਇੱਥੇ ਗੱਲ ਕਰਨਾ ਚਾਹਾਂਗਾ, ਜਿਸ ਤਰ੍ਹਾਂ ਅਗਰ ਗੱਲ ਕਰੀਏ ਤੇ ਗੁਰੂ ਨਾਨਕ ਨੇ ਜਦੋਂ ਪੰਗਤ ਦਾ ਕਨਸੈਪਟ ਲਿਆਂਦਾ ਸੀ ਉਦੋਂ ਇਹ ਹੈਗਾ ਸੀ ਕਿ ਰਾਜਾ ਵੀ ਉੱਥੇ ਬੈਠੇਗਾ, ਰੰਕ ਵੀ ਉੱਥੇ ਬੈਠੇਗਾ, ਅਮੀਰ ਵੀ ਉੱਥੇ ਬੈਠੇਗਾ, ਗਰੀਬ ਵੀ ਉੱਥੇ ਬੈਠੇਗਾ। ਪਰ ਜਿਹੜੇ ਲੋਕੀ ਜੇ ਕੋਈ ਦਾਨ ਕਰਨਾ ਚਾਹੁੰਦੇ ਨੇ ਤੇ ਜਦੋਂ ਇਹ ਪੁੱਛਦੇ ਨੇ ਕਿ ਕਿਹੜੀ ਜਾਤ ਨੂੰ ਦੇਣਾ, ਮੇਰੇ ਹਿਸਾਬ ਨਾਲ ਉਹ ਵੀ ਗੁਰੂ ਨਾਨਕ ਦੇ ਕਨਸੈਪਟ ਦੀ ਜਿਹੜੀ ਉਹ ਬਦਖੋਈ ਕਰਦੇ ਨੇ। ਉਹਨਾਂ ਨੂੰ ਇਸ ਚੀਜ਼ ਨੂੰ ਸਮਝਣਾ ਚਾਹੀਦਾ ਕਿ ਇਸ ਤਰੀਕੇ ਨਾਲ ਨਹੀਂ ਹੁੰਦਾ। ਜਿਹੜਾ ਲੋੜਵੰਦ ਹੈ ਉਹ ਕਿਸੇ ਵੀ ਜਾਤ ਤੋਂ ਕਿਉਂ ਨਾ ਹੋਵੇ, ਉਹ ਲੋੜਵੰਦ ਹੈ। ਜੇ ਅਸੀਂ ਇਸ ਚੀਜ਼ ਨੂੰ ਸਮਝ ਸਕਦੇ ਹੁੰਦੇ ਤਾਂ ਸ਼ਾਇਦ ਕਈ ਵਾਰੀ ਹੁੰਦਾ ਕਿ ਸਾਡਾ ਇੰਨਾ ਜ਼ਿਆਦਾ ਨਿਗਾਰ ਵੀ ਨਾ ਹੁੰਦਾ। ਪਰ ਆਪਣੇ ਆਪ ਨੂੰ ਕਹਿੰਦੇ ਨੇ ਕਿ ਦੇਰ ਆਏ ਦਰੁਸਤ ਆਏ, ਕਿਤੇ ਨਾ ਕਿਤੇ ਆਪਣੇ ਆਪ ਨੂੰ ਕਰੈਕਟ ਕਰਨ ਦੀ ਜਿਹੜੀ ਕੋਸ਼ਿਸ਼ ਜਿਹੜੀ ਹੈ ਉਹ ਜ਼ਰੂਰ ਕਰਨੀ ਚਾਹੀਦੀ ਹੈ। ਚੀਮਾ ਸਾਹਿਬ, ਮੈਂ ਤੁਹਾਡੇ ਕੋਲ ਆਉਣਾ, ਖਾਸ ਤੌਰ ਤੇ ਜਦੋਂ ਅਸੀਂ ਕੈਲਗਰੀ ਦੀ ਗੱਲ ਕਰਦੇ ਹਾਂ, ਕੈਲਗਰੀ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਜਿਹੜੇ ਨੇ ਉਹ ਰਹਿੰਦੇ ਨੇ। ਪੰਜਾਬੀਆਂ ਦਾ ਇੱਕ ਆਪਣੇ ਆਪ 'ਚ ਇੱਕ ਕਨਸੈਪਟ ਹੈਗਾ, ਆਪਣਾ ਰਹਿਣ ਸਹਿਣ ਦਾ ਤਰੀਕਾ ਹੈਗਾ। ਪਰ ਅਸੀਂ ਇਹ ਵੀ ਵੇਖਿਆ, ਜਿਸ ਤਰ੍ਹਾਂ ਜੋਤੀ ਮਾਨ ਉਹਨਾਂ ਨੇ ਗੱਲ ਕੀਤੀ ਹੈ ਕਿ ਸਮੇਂ-ਸਮੇਂ ਦੇ ਉੱਤੇ ਅਸੀਂ ਪੰਜਾਬੀ ਨੌਜਵਾਨ ਜਿਹੜੇ ਕੈਨੇਡਾ ਦੇ ਉੱਤੇ ਹੈਗੇ ਨੇ, ਉਹਨਾਂ ਦੀਆਂ ਤਸਵੀਰਾਂ ਜਿਹੜੀਆਂ ਸੋਸ਼ਲ ਮੀਡੀਆ 'ਤੇ ਹੁੰਦੀਆਂ ਸਨ, ਉਸਨੇ ਸਾਨੂੰ ਵਿਚਲਿਤ ਵੀ ਕੀਤਾ। ਉਹਨਾਂ ਨੇ ਸਾਨੂੰ ਡਰਾਇਆ ਵੀ ਹੈ ਕਿ ਇਹ
ਪੰਜਾਬ ਵਾਲਾ ਜਿਹੜਾ ਬਿਹੇਵੀਅਰ ਹੈ, ਉੱਥੋਂ ਦਾ ਰਹਿਣ ਦਾ ਜਿਹੜਾ ਤਰੀਕਾ ਹੈ, ਉਸ ਨੂੰ ਕੈਨੇਡਾ ਦੇ ਵਿੱਚ ਲੈ ਆਏ ਨੇ ਜਿਹੜਾ ਮਾੜਾ ਹੈਗਾ। ਪਰ ਅੱਜ ਜਿਸ ਤਰੀਕੇ ਨਾਲ ਜੋਤੀਮਾਨ ਹੋਣਾ ਨੇ ਦੱਸਿਆ ਕਿ ਅਸੀਂ ਉਸ ਛਵੀ ਨੂੰ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਹੈ ਵੀ ਨੌਜਵਾਨ ਜਿਹੜੇ ਚੰਗੇ ਤਰੀਕੇ ਨੇ, ਜਿਹੜੇ ਜਿਨ੍ਹਾਂ ਨੂੰ ਪਤਾ ਹੈਗਾ ਵੀ ਕਨਸੈਪਟ ਕੀ ਹੈ, ਸਾਡਾ ਕਲਚਰ ਕੀ ਹੈ, ਉਹਨਾਂ ਲੋਕਾਂ ਨੇ ਅੱਗੇ ਆ ਕੇ ਜਿਹੜੀ ਉਹ ਲੋਕਾਈ ਦੀ ਸੇਵਾ ਕੀਤੀ ਹੈ। ਇਹ ਆਪਣੇ ਆਪ 'ਚ ਕਿੰਨਾ ਕੁ ਵਧੀਆ ਤੁਹਾਨੂੰ ਲੱਗਾ ਜੀ? ਇਹ ਬਹੁਤ ਵਧੀਆ ਉਪਰਾਲਾ ਹੈਗਾ ਜੀ। ਦੇਖੋ ਸਾਡੇ ਜਿਹੜੇ ਯੂਥ ਹੈ ਉਹਨਾਂ ਨੂੰ ਵੀ ਬਹੁਤ ਸੰਭਾਲਣ ਦੀ ਲੋੜ ਹੈਗੀ ਆ। ਉਹਨਾਂ ਨੂੰ ਇਸ ਸਮੇਂ ਦੇ ਵਿੱਚ ਇਸ ਪਾਸੇ ਲਾਇਆ ਗਿਆ ਹੈਗਾ ਆ ਤਾਂ ਕਿ ਉਹ ਕਮਿਊਨਿਟੀ ਦੀ ਸੇਵਾ ਕਰਨ, ਤੇ ਇਸ ਨਾਲ ਉਹਨਾਂ ਦੇ ਅੰਦਰ ਸੇਵਾ ਕਰਨ ਦਾ ਜਜ਼ਬਾ, ਗੁਰੂ ਨਾਨਕ ਪਾਤਸ਼ਾਹ ਨੇ ਜੋ ਸਾਨੂੰ ਕਿਰਤ ਕਰੋ, ਨਾਮ ਜਪੋ, ਬਣ ਛਕੋ ਦਾ ਸੰਕਲਪ ਦਿੱਤਾ ਸੀ, ਉਹਨੂੰ ਪੂਰਾ ਕਰਨ ਦਾ ਉਹਨਾਂ ਦੇ ਅੰਦਰ ਜਜ਼ਬਾ ਆਏਗਾ ਤੇ ਉਹ ਲੋਕ ਚੰਗੇ ਪਾਸੇ ਜੁੜਨਗੇ। ਹਾਂਜੀ, ਮੈਂ ਤੁਹਾਡੇ ਵਾਲੇ ਪਾਸੇ ਵੀ ਆ ਜਾਣਾ, ਕਿਉਂਕਿ ਉਸ ਗੱਲ ਦਾ ਵੀ ਜਿਹੜੀ ਉਹ ਕਰਨੀ ਬੜੀ ਜ਼ਰੂਰੀ ਹੈ। ਗੁਰੂ ਘਰ ਦੇ ਵਜ਼ੀਰਾਂ ਦਾ ਜਿਹੜਾ ਮਾਨ ਦੀ ਆਪਾਂ ਗੱਲ ਕਰ ਰਹੇ ਸੀ, ਮੈਂ ਤੁਹਾਨੂੰ ਉਹਦੇ ਟੋਕਿਆ ਸੀ ਥੋੜਾ ਜਿਹਾ, ਕਿਉਂਕਿ ਮੈਂ ਚਾਹੁੰਦਾ ਸੀ ਕਿ ਹਰ ਇੱਕ ਨੂੰ ਜਿਹੜਾ ਬਰਾਬਰ ਬਣਦਾ ਟਾਈਮ ਦਿੱਤਾ ਜਾਵੇ। ਜਿਹੜਾ ਵਜ਼ੀਰਾਂ ਦੇ ਜਿਹੜੀ ਰਿਸਪੈਕਟ ਹੈ, ਉਹ ਤੁਹਾਡੇ ਗੁਰੂ ਘਰ ਤੋਂ ਜਦੋਂ ਆਵਾਜ਼ ਉੱਠੀ ਤੇ ਅੱਜ ਦੁਨੀਆ ਭਰ ਦੇ ਵਿੱਚ ਜਿਹੜਾ ਉਸ ਆਵਾਜ਼ ਨੂੰ ਸੁਣਿਆ ਵੀ ਗਿਆ, ਤੇ ਤੁਹਾਡੇ ਜਿਹੜੀਆਂ ਪਾਈਆਂ ਲੀਹਾਂ ਹੈਗੀਆਂ ਨੇ ਗੁਰੂ ਘਰ ਦੇ ਵੱਲੋਂ, ਉਹਨਾਂ ਲੀਹਾਂ ਦੇ ਵੱਲ ਵੇਖ ਕੇ ਦੂਜਿਆਂ ਨੇ ਵੀ ਕਿਹਾ ਕਿ ਨਹੀਂ, ਸਾਨੂੰ ਵੀ ਕੁਛ ਨਾ ਕੁਛ ਕਰਨਾ ਪੈਣਾ ਤੇ ਅਸੀਂ ਕਰਾਂਗੇ ਵੀ। ਜਦੋਂ ਦੁਨੀਆ ਭਰ ਦੇ ਵਿੱਚੋਂ ਇੰਨਾ ਵਧੀਆ ਹੁੰਗਾਰਾ ਮਿਲਿਆ, ਉਹਨੂੰ ਤੁਸੀਂ ਕਿੰਨਾ ਕੁ ਵਧੀਆ ਪਸੰਦ ਕੀਤਾ ਜੀ ਕਿ ਜਿਹੜੇ ਵੀ ਗੁਰੂ ਘਰ ਦੇ ਵਜ਼ੀਰ ਹੈਗੇ ਨੇ ਉਹਨਾਂ ਨੂੰ ਸਨਮਾਨ ਦਿੱਤਾ ਜਾਵੇਗਾ, ਬਣਦੀ ਭੇਟਾ ਦਿੱਤੀ ਜਾਵੇਗੀ? ਬਹੁਤ ਵਧੀਆ ਲੱਗਦਾ ਜੀ। ਬਹੁਤ ਵਧੀਆ ਕਮੈਂਟਸ ਆ ਰਹੇ ਨੇ ਇਹਦੇ ਬਾਰੇ, ਬਹੁਤ ਵਧੀਆ ਵਿਚਾਰ ਆ ਰਹੇ ਨੇ ਇਹਦੇ ਬਾਰੇ, ਤੇ ਅਸੀਂ ਚਾਹੁੰਦੇ ਹਾਂ ਕਿ ਹੋਰ ਵੀ ਗੁਰੂ ਘਰ ਇਸ ਨੂੰ ਫੋਲੋ ਕਰਨ, ਕਿਉਂਕਿ ਜੋ ਆਪਣੇ ਗ੍ਰੰਥੀ ਸਿੰਘ ਹੈਗੇ ਆ, ਜੋ ਵੀ ਪ੍ਰਚਾਰਕ ਹੈਗੇ ਆ, ਜਾਂ ਰਾਗੀ ਸਿੰਘ ਹੈਗੇ ਆ, ਢਾਡੀ ਸਿੰਘ ਹੈਗੇ ਆ, ਇਹ ਸਾਡੇ ਪ੍ਰਚਾਰ ਦੀ ਰੀੜ੍ਹ ਦੀ ਹੱਡੀ ਨੇ। ਜੇਕਰ ਇਹਨਾਂ ਨੂੰ ਆਪਾਂ ਹੈਲਪ ਜਿੰਨੀ ਵੀ ਕਰ ਸਕੀਏ, ਜਿੰਨੇ ਜੋਗੇ ਵੀ ਹੈਗੇ, ਆਪਾਂ ਇਹਨੂੰ ਜ਼ਰੂਰ ਕਰਨੀ ਚਾਹੀਦੀ ਹੈ। ਇਸ ਔਖੇ ਸਮੇਂ ਦੇ ਵਿੱਚ ਇਹਨਾਂ ਨੂੰ ਸਾਂਭਣਾ ਵੀ ਆਪਣੀ ਪੂਰੀ ਜ਼ਿੰਮੇਵਾਰੀ ਨਾਲ ਇਹਨਾਂ ਨੂੰ ਸਾਂਭਣਾ ਚਾਹੀਦਾ। ਤੇ ਬਹੁਤ ਖੁਸ਼ੀ ਹੁੰਦੀ ਆ ਜਦੋਂ ਕਿ ਇਸ ਦੇ ਬਾਰੇ ਡਿਬੇਟ ਸੁਣਦੇ ਆ ਤਾਂ ਬਾਕੀ ਹੋਰ ਵੀ ਜੋ ਗੁਰੂ ਘਰ ਆ ਇਸ ਬਾਰੇ ਗੱਲਬਾਤ ਕਰਦੇ ਨੇ, ਬਹੁਤ ਖੁਸ਼ੀ ਹੁੰਦੀ ਹੈ ਜੀ। ਮੈਂ ਬੈਨੀਪਾਲ ਸਾਹਿਬ ਉਹਨਾਂ ਕੋਲ ਵਾਪਸ ਜਾਣਾ। ਬੈਨੀਪਾਲ ਸਾਹਿਬ, ਇਹ ਆਪਣੇ ਆਪ 'ਚ ਜਿਸ ਤਰ੍ਹਾਂ ਨੌਜਵਾਨਾਂ ਨੇ ਇੱਕ ਨਵਾਂ ਕਨਸੈਪਟ ਲਿਆ ਹੋਇਆ ਕਿ ਅਸੀਂ ਜਿਹੜੀ ਸਾਡੇ ਕਿਤੇ ਨਾ ਕਿਤੇ ਗਲਤੀਆਂ ਹੋਈਆਂ ਨੇ, ਅਸੀਂ ਵੇਖਿਆ ਸਾਨੂੰ ਉਹ ਤਸਵੀਰਾਂ ਜਿਹੜੀਆਂ ਸਨ ਉਹ ਵਿਚਲਿਤ ਕਰਦੀਆਂ ਸਨ, ਪਰ ਇਹ ਆਪਣੇ ਆਪ 'ਚ ਜਿਹੜੀ ਇੱਕ ਨਵੀਂ ਤਸਵੀਰ ਵੇਖਣ ਨੂੰ ਮਿਲੀ ਹੈ, ਜਿੱਥੇ ਕਹਿੰਦੇ ਕਿ ਪੁਰਾਣਾ ਵੀ ਹਿਸਾਬ ਕਿਤਾਬ ਜਿਹੜਾ ਉਹ ਕਲੀਅਰ ਹੋਵੇਗਾ, ਨਾਲ ਹੀ ਇੱਕ ਨਵਾਂ ਨੂੰ ਲੋਕਾਂ ਨੂੰ ਨਵੀਂ ਸੇਧ ਵੀ ਆਏਗੀ ਕਿ ਆਪਾਂ ਨੂੰ એનર્ਜੀ ਜਿਹੜੀ ਆ ਉਹ ਲੜਾਈਆਂ ਝਗੜਿਆਂ ਦੇ ਵਿੱਚ ਵੇਸਟ ਕਰਨ ਦੀ ਲੋੜ ਨਹੀਂ ਹੈਗੀ। ਜੇ ਅਸੀਂ ਮਾਨਵਤਾ ਦੀ ਸੇਵਾ ਕਰੀਏ ਤਾਂ ਉਧਰ ਵੀ ਇੱਕ ਨਵਾਂ ਜਿਹੜੀ ਇੱਕ ਚੇਂਜ ਆ ਸਕਦੀ ਹੈ ਤੇ ਅਸੀਂ ਲੋਕਾਂ ਦਾ ਭਲਾ ਜਿਹੜਾ ਉਹ ਕਰ ਸਕਦੇ ਹਾਂ। 6 for Humanity ਵੀ ਜਿਹੜੀ ਉਹ ਕੈਲੀਫੋਰਨੀਆ ਦੇ ਵਿੱਚ ਬੜਾ ਜ਼ੋਰਾਂ ਸ਼ੋਰਾਂ ਨਾਲ ਕੰਮ ਕਰ ਰਹੀ ਹੈ। ਤੁਸੀਂ ਇਹ ਬੱਚਿਆਂ ਨੂੰ ਕਿਸ ਤਰੀਕੇ ਨਾਲ ਹੱਲਾਸ਼ੇਰੀ ਦਿਓਗੇ, ਕਿਸ ਤਰੀਕੇ ਨਾਲ ਤੁਸੀਂ ਇਹਨਾਂ ਦਾ ਧੰਨਵਾਦ ਕਰੋਗੇ? ਜਿਸ ਤਰ੍ਹਾਂ ਤੁਸੀਂ ਪਹਿਲਾਂ ਵੀ ਗੁਰੂ ਸਾਹਿਬ ਦੇ ਲੰਗਰ ਦਾ ਕਨਸੈਪਟ ਸ਼ੁਰੂ ਕੀਤਾ ਸੀਗਾ ਵੀ ਉਹ ਆਪਾਂ ਕਿਸ ਤਰ੍ਹਾਂ ਇਸ ਦੁੱਖ ਦੀ ਘੜੀ ਦੇ ਵਿੱਚ ਕਿਸ ਤਰ੍ਹਾਂ ਸਹਾਈ ਹੋ ਸਕਦੇ, ਸੋ ਸਾਰੇ ਹੀ ਜਥੇਬੰਦੀਆਂ, ਗੁਰਦੁਆਰਾ ਸਾਹਿਬ ਜਾਂ ਨੌਜਵਾਨ ਪੀੜ੍ਹੀਆਂ, ਉਹ ਵੀ ਕਾਫੀ ਨਵੇਂ ਤਰੀਕੇ ਦੇ ਨਾਲ ਇਹ ਲੰਗਰ ਦੀ ਜਿਹੜੀ ਪ੍ਰਥਾ ਹੈ ਉਹ ਬਾਹਰ ਲਿਜਾ ਰਹੇ ਨੇ। ਤੇ ਮੈਂ ਕਹਿੰਦਾ ਜਿਸ ਤਰ੍ਹਾਂ ਤੁਸੀਂ ਸਵਾਲ ਕੀਤਾ ਵੀ ਬਹੁਤ ਹੀ ਚੰਗੀ ਨਵੇਂ ਬੱਚਿਆਂ ਨੂੰ ਸੇਧ ਮਿਲਦੀ ਹੈ ਇਸ ਤੋਂ ਵੀ ਆਪਾਂ ਗੁਰੂ ਨਾਨਕ ਦੇਵ ਜੀ ਦਾ ਲੰਗਰ ਜਿਹੜਾ ਚਲਾਇਆ ਸੀ 20 ਰੁਪਈਆਂ ਦਾ, ਉਹ ਆਪਾਂ ਆਲਰੇਡੀ ਜਿਹੜੇ ਲੋਕ ਸਿੱਖਾਂ ਨੂੰ ਜਾਣਦੇ ਹਨ ਉਹਨਾਂ ਨੂੰ ਪਤਾ ਵੀ ਜਿਹੜਾ 20 ਰੁਪਈਏ ਦਾ ਜਿਹੜਾ ਗੁਰੂ ਸਾਹਿਬ ਨੇ ਲੰਗਰ ਚਲਾਇਆ ਸੀ ਉਹ ਸਦਾ ਹੀ ਹਰੇਕ ਦੇ ਵਾਸਤੇ ਹੀ ਖੁੱਲਾ ਹੁੰਦਾ ਹੈ। ਇਹ ਮੈਂ ਹਾਲੇ ਕੱਲ ਇੱਕ ਵੀਡੀਓ ਦੇਖੀ ਸੀਗੀ ਜੀ, ਆਪਣੇ ਅਮਰੀਕਨ ਸਿੱਖ ਕੋਈ ਹਾਂਗਕਾਂਗ ਗਏ ਅਮਰੀਕਨਸ, ਤੇ ਉਹ ਕਹਿੰਦੇ ਵੀ ਅੱਜ ਆਪਾਂ ਗੁਰਦੁਆਰੇ ਜਾਣਾ ਆ, ਕਹਿੰਦੇ ਗੋ ਟੂ ਦਾ ਗੁਰਦੁਆਰਾ, ਤੇ ਆਪਾਂ ਉੱਥੇ ਜਾ ਕੇ ਦੇਖਦੇ ਹਾਂ ਵੀ ਕੀ ਖਾਣ ਨੂੰ ਮਿਲਦਾ, ਕੀ ਕਰਦੇ ਆ। ਤੇ ਉਹ ਜਦੋਂ ਉੱਥੋਂ ਖਾ ਕੇ ਤੇ ਬਾਹਰ ਨਿਕਲੇ ਤੇ ਉਹ ਕਹਿੰਦੇ ਵਾਓ ਦੈਟ ਵਾਜ਼ ਸਪੈਕਟੈਕੂਲਰ, ਵੀ ਨਾ ਉਹਨਾਂ ਨੇ ਸਾਨੂੰ ਪੁੱਛਿਆ ਵੀ ਤੁਸੀਂ ਕਿਹੜੀ ਜਾਤ ਦੇ ਆ, ਨਾ ਸਾਨੂੰ ਉਹਨਾਂ ਸਾਡਾ ਨਾਂ ਪੁੱਛਿਆ, ਇਹ ਕਿਹੜਾ ਧਰਮ ਆ ਤੁਹਾਡਾ, ਤੇ ਉਹਨਾਂ ਨੇ ਸਾਨੂੰ ਐਨ ਪੂਰਾ ਨਿਸ਼ਚਿੰਤ ਕਰਕੇ ਲੰਗਰ ਛਕਾਇਆ। ਫਿਰ 2-3 ਵਾਰੀ ਆ ਕੇ ਫਿਰ ਪੁੱਛਿਆ ਤੇ ਵੀ ਹੋਰ ਲੈਣਾ, ਤੁਸੀਂ ਹੋਰ ਲੈਣਾ, ਤੇ ਵੀ ਆਰ ਫੁੱਲ, ਵੀ ਸਿੱਖ ਜਿਹੜਾ ਧਰਮ ਆ ਬਹੁਤ ਹੀ ਜ਼ਿਆਦਾ ਵਧੀਆ ਹੈ। ਸੋ ਉਸ ਏਦਾਂ ਦੇ ਜਦੋਂ ਆਪਾਂ ਦੇਖਦੇ ਉਹਦੇ ਤੋਂ ਸਾਰੀ ਨਵੀਂ ਪਨੀਰੀ ਹੋ ਗਈ, ਆਪਾਂ ਉਹਨਾਂ ਨੂੰ ਵੀ ਇੱਕ ਸੇਧ ਮਿਲਦੀ ਹੈ ਵੀ ਜਿਹੜਾ ਗੁਰੂ ਦਾ ਕਨਸੈਪਟ ਕਿੰਨਾ ਚੰਗਾ ਹੈ। ਤੇ ਜਿਹੜਾ ਹੁਣ ਇਸ ਵੇਲੇ ਕਰੋਨਾ ਵਾਇਰਸ ਦੇ ਕਰਕੇ ਆਪਾਂ ਲਾਕਡਾਊਨ ਹੋਇਆ, ਅਸੀਂ ਬੇਨਤੀ ਤੇ ਚਲੋ ਜਿਸ ਤਰ੍ਹਾਂ ਤੁਸੀਂ ਵੀ ਕਿਹਾ ਵੀ ਆਪੇ ਸਾਰੇ ਘਰਾਂ 'ਚੋਂ ਰਹਿ ਕੇ ਹੀ
ਆਪਣਾ ਬਚਾਅ ਕਰਨ ਦੀ ਕੋਸ਼ਿਸ਼ ਕਰੀਏ। ਜਿਹੜੇ ਸੇਵਾਦਾਰ ਕੋਈ ਬਾਹਰ ਜਾਂਦੇ ਹਨ, ਆਪਣੇ ਸਿਕਸ ਫॉर ਹਿਊਮੈਨਿਟੀ ਦੇ ਹੋ ਗਏ ਜਾਂ ਸਾਨੂੰ ਜੇ ਗੁਰੂ ਘਰ ਵੱਲੋਂ ਅਸੀਂ ਅੱਜ ਜਾ ਕੇ ਤੇ ਕੋਈ 250 ਜਿਹੜਾ ਲੰਗਰ ਦਾ ਆਪਣੇ ਸੁੱਕਾ ਲੰਗਰ ਜਿਸ ਦੇ ਵਿੱਚ ਨੂਡਲਸ ਦੇ ਬਾਕਸਿਸ ਹਨ, ਔਰੰਜਸ ਹੋ ਗਏ ਤੇ ਜਾਂ ਹੋਰ ਡਰਿੰਕ ਸੀਗੀ, ਉਹ ਜਦੋਂ ਦਿੱਤੀ ਉਹਨਾਂ ਨੂੰ, ਪਿਛਲੇ ਵੀਕ ਵੀ ਦੇ ਕੇ ਆਏ ਸੀਗੇ ਤੇ ਅੱਜ ਫੇਰ ਦਿੱਤੀ, ਤੇ ਉਹ ਅੱਗੇ ਜਾ ਕੇ ਅਸੀਂ ਜਿਹੜੀ ਮਾਊਂਟਨ ਵਿਊ ਪੁਲਿਸ ਉਹਨਾਂ ਨੂੰ ਸਪੁਰਦ ਕੀਤੀ। ਉਹ ਅੱਗੇ ਜਾ ਕੇ ਜਿੱਥੇ ਜਿੱਥੇ ਹੋਮਲੈਸ ਰਹਿ ਰਹੇ ਨੇ, ਤੁਹਾਨੂੰ ਪਤਾ ਕਿ ਹੋਮਲੈਸ ਆਲਵੇਜ਼ ਹੀ ਸਟਰਗਲ ਕਰਦੇ ਹੈ, ਐਸ ਆਮ ਹੀ ਸਟਰਗਲ ਕਰਦੇ ਹਨ, ਪਰ ਇਸ ਵੇਲੇ ਜਿਹੜੀ ਚੱਲ ਰਹੀ ਹੈ ਮਹਾਮਾਰੀ, ਉਸ ਦੇ ਵਿੱਚ ਹੋਰ ਉਹ ਸਟਰਗਲ ਕਰ ਰਹੇ, ਕਿਉਂਕਿ ਸਾਰੇ ਰੈਸਟੋਰੈਂਟ ਵੀ ਬੰਦ ਆ, ਹੋਰ ਥਾਵਾਂ ਤੋਂ ਲੈਂਦੇ ਸਨ ਜਾਂ ਕਈ ਜਾ ਕੇ ਉਹਨਾਂ ਦੇ ਕੋਲ ਇੱਕ ਕੋਲ ਜਾ ਕੇ ਦਿੰਦੇ ਸਨ। ਅਸੀਂ ਵੀ ਦਿੰਦੇ ਰਹੇ ਪੁਲਾਂ ਦੇ ਥੱਲੇ ਜਾ ਕੇ, ਪਰ ਸਾਰੇ ਸੇਫਟੀ ਦੇ ਪੱਖੋਂ ਦੇਖਦੇ ਹਨ ਵੀ ਆਪਾਂ ਉਹਨਾਂ ਤੱਕ ਕਿਸ ਤਰ੍ਹਾਂ ਪਹੁੰਚ ਕੀਤੀ ਜਾਵੇ। ਸੋ ਉਹ ਪੁਲਿਸ ਵਾਲਿਆਂ ਨੇ ਵੀ ਸਾਡੇ ਨਾਲ ਅੱਜ ਤੇ ਜਾਂ ਪਿਛਲੇ ਵੀਕ ਵੀ ਕੋਆਰਡੀਨੇਸ਼ਨ ਕਰਕੇ ਗੁਰਦੁਆਰਾ ਸਾਹਿਬ ਵੱਲੋਂ ਉਹਨਾਂ ਨੂੰ ਲੰਗਰ ਪਹੁੰਚਾਇਆ ਗਿਆ ਤੇ ਉਹਨਾਂ ਨੇ ਫਿਰ ਅੱਗੇ ਆਪ ਜਾ ਕੇ ਸੇਫਲੀ ਉਹਨਾਂ ਤਾਈਂ ਪਹੁੰਚਾਇਆ ਗਿਆ। ਸੋ ਇਸੇ ਤਰ੍ਹਾਂ ਹੀ ਸਿਕਸ ਫॉर ਹਿਊਮੈਨਿਟੀ ਦੇ ਵਰਕਰਸ ਅੱਡ-ਅੱਡ ਸ਼ਹਿਰਾਂ ਦੇ ਵਿੱਚ ਆਪਣੇ ਮੰਟੀਕਾ ਲਾ ਲਓ, ਫਰੀਮਾਂਟ ਲਾ ਲਓ, ਟਰੇਸੀ ਲਾ ਲਓ, ਯੂਨੀਵਰਸਿਟੀ ਲਾ ਲਓ, ਅੱਡ-ਅੱਡ ਤਰ੍ਹਾਂ ਦੇ ਲੰਗਰ ਲਾ ਰਹੇ ਹਨ। ਇੱਕ ਮੇਨ ਜਿਹੜੀ ਚੀਜ਼ ਆਪਾਂ ਨੂੰ ਦਿਸ ਰਹੀ ਆ ਵੀ ਘਾਟ ਜਿਹੜੀ ਆਪਣੇ ਮਾਸਕਸ ਹਨ, N95 ਜਿਹੜੇ ਫਰੰਟ ਲਾਈਨ ਦੇ ਆਪਣੇ ਨਰਸਿਸ ਹਨ, ਡਾਕਟਰਸ ਹਨ, ਜਿਹੜੀ ਲੜਾਈ ਲੜ ਰਹੇ ਹਨ, ਉਹਨਾਂ ਨੂੰ ਪ੍ਰੋਵਾਈਡ ਕਰ ਰਹੇ ਨੇ। ਉਹ ਮਾਸਕਸ ਪ੍ਰੋਵਾਈਡ ਕਰਨੇ, ਹੈਂਡ ਸੈਨੀਟਾਈਜ਼ਰਸ ਪ੍ਰੋਵਾਈਡ ਕਰਨੇ। ਇਹ ਇੱਕ ਲੰਗਰ ਦਾ ਨਵਾਂ ਰੂਪ ਜਿੱਦਾਂ ਧਾਰਨ ਕਰ ਲਿਆ ਲੰਗਰ ਨੇ, ਵੀ ਅੱਗੇ ਆਪਾਂ ਖਾਣਾ ਹੀ ਦਿੰਦੇ ਸੀਗੇ, ਹੁਣ ਹੋਰ ਸੇਵਾਵਾਂ ਵੀ ਉਹਨਾਂ ਕੋਲ ਪਹੁੰਚਾ ਰਹੇ ਆ ਤਾਂ ਕਿ ਉਹ ਸੇਫਲੀ ਆਪਣਾ ਜਿਹੜਾ ਜੌਬ ਕਰ ਸਕਣ ਤੇ ਇਹ ਜਿਹੜਾ ਮਹਾਮਾਰੀ ਹੈ ਇਸ ਨੂੰ ਫਾਈਟ ਕਰ ਸਕਣ। ਸੋ ਅਸੀਂ ਧੰਨਵਾਦੀ ਹਾਂ ਸਾਰੇ ਹੀ ਬੱਚਿਆਂ ਦੇ, ਸਾਰੇ ਹੀ ਜਥੇਬੰਦੀਆਂ ਦੇ, ਸਿਕਸ ਫॉर ਹਿਊਮੈਨਿਟੀ ਦੇ ਸੇਵਾਦਾਰਾਂ ਦੇ, ਜਿਹੜੇ ਇਸ ਲੰਗਰ ਦੀ ਪ੍ਰਥਾ ਨੂੰ ਇਸ ਭਿਆਨਕ ਸਮੇਂ ਦੇ ਵਿੱਚ ਲੰਘਦੇ ਹੋਏ ਵੀ ਸੇਵਾਵਾਂ ਕਰ ਰਹੇ ਹਨ। ਜੋਤੀ ਮਾਨ ਜੀ ਉਹਨਾਂ ਨੇ ਇਹ ਜਿੱਦਾਂ ਦੱਸਿਆ ਵੀ ਕਿਸ ਤਰ੍ਹਾਂ ਅਸੀਂ ਇੱਕ ਜਿਹੜੇ ਪਰਿਵਾਰ ਹਨ ਉਹਨਾਂ ਕੋਲੋਂ ਸੇਵਾ ਲੈ ਕੇ ਅੱਗੇ ਦਿੰਦੇ ਹਾਂ, ਕਿਸੇ ਬਿਜ਼ਨਸਮੈਨ ਦਾ ਨਾਂ ਅੱਗੇ ਨਾ ਆਵੇ, ਉਹ ਵੀ ਬਹੁਤ ਚੰਗੀ ਗੱਲ ਹੈ। ਕਿਉਂਕਿ ਜਿਹੜਾ ਗੁਰੂ ਕਾ ਲੰਗਰ ਆ ਉਹ ਤਿਲ ਫੁੱਲ ਪਾ ਕੇ ਹਰੇਕ ਸਿੱਖ ਸੰਗਤ ਦਾ ਉਹਦੇ ਨਾਲ ਹੀ ਚੱਲਦਾ ਹੈ, ਨਾ ਕਿ ਕਿਸੇ ਧਨਾਟਾਂ ਦੇ ਨਾਲ। ਸੋ ਉਹ ਵੀ ਬਹੁਤ ਚੰਗਾ ਕਾਨਸੈਪਟ ਹੈ, ਕਿਉਂਕਿ ਇੱਥੇ ਜੇ ਮੈਂ ਦੇਖਾਂ ਸਾਨੂੰ ਜੇ ਗੁਰੂ ਘਰ ਵਿਖੇ ਵੀ ਸਾਰੀਆਂ ਸੰਗਤਾਂ ਅੱਡ-ਅੱਡ ਮੈਨੂੰ ਕਾਲ ਕਰਕੇ ਕਹਿੰਦੀਆਂ ਹਨ ਵੀ ਜੇ ਸਾਡੀ ਕੋਈ ਵੀ ਲੋੜ ਹੋਵੇ ਕਿਸੇ ਤਰੀਕੇ ਦੀ, ਅਸੀਂ ਕੋਈ ਹੈਲਪ ਕਰ ਸਕੀਏ ਇਸ ਮਿਸ਼ਨ ਦੇ ਵਿੱਚ, ਤੇ ਅਸੀਂ ਆਲਵੇਜ਼ ਹਾਜ਼ਰ ਹਾਂ। ਸੋ ਉਸ ਦੇ ਨਾਲ ਮੈਨੂੰ ਜਾਂ ਹੋਰ ਸੇਵਾਦਾਰਾਂ ਨੂੰ ਕਾਫੀ ਉਤਸ਼ਾਹ ਮਿਲਦਾ ਵੀ ਜਿਹੜੇ ਸਾਡੇ ਬੈਕ ਤੇ ਸਾਰੀ ਸੰਗਤ ਹੈ ਤੇ ਉਹ ਇਸ ਮਿਸ਼ਨ ਗੁਰੂ ਨਾਨਕ ਦੇ ਮਿਸ਼ਨ ਨੂੰ ਅੱਗੇ ਲੈ ਕੇ ਜਾ ਰਹੀ ਹੈ। ਸੋ ਬੱਚਿਆਂ ਨੇ ਪੈਂਟਰੀਜ਼ ਸ਼ੁਰੂ ਕੀਤੀਆਂ ਹੋਈਆਂ ਹਨ, ਘਰੋਂ ਘਰੀ ਜਾ ਕੇ ਸਵੇਰ ਨੂੰ ਵੰਡ ਕੇ ਆਉਂਦੇ ਹਨ ਜਿੱਥੇ ਵੀ ਲੋੜ ਹੁੰਦੀ ਆ। ਸਾਨੂੰ ਜੇ ਗੁਰੂ ਘਰ ਵੱਲੋਂ ਹਾਟਲਾਈਨ ਸ਼ੁਰੂ ਕੀਤੀ ਗਈ ਹੈ, ਜੇ ਕਿਸੇ ਵੀ ਪਰਿਵਾਰ ਨੂੰ ਜਾਂ ਹੋਰ ਨੂੰ ਕਿਸੇ ਨੂੰ ਕੋਈ ਲੋੜ ਹੁੰਦੀ ਆ, ਗੁਰੂ ਘਰ ਕਾਲ ਕਰਦਾ, ਆਵਾਜ਼ ਆ ਰਹੀ ਹੈ, ਉਹ ਫਿਰ ਸਾਨੂੰ ਅੱਗੇ ਕਾਲ ਕਰਦਾ ਜੀ। ਅਸੀਂ ਹਰ ਇੱਕ ਕੋਸ਼ਿਸ਼ ਕਰ ਰਹੇ ਹਾਂ ਉਸ ਸ਼ਬਦ ਨੂੰ ਤੁਹਾਡੇ ਨਾਲ ਸਾਂਝਾ ਕੀਤਾ ਜਾਵੇ, ਪਬਲਿਕ ਦੇ ਨਾਲ ਸਾਂਝਾ ਕੀਤਾ ਜਾਵੇ, ਸਾਡੇ ਸਰੋਤਿਆਂ ਨਾਲ ਸਾਂਝਾ ਕੀਤਾ ਜਾਵੇ ਜਿਹੜਾ ਇਸ ਵੇਲੇ ਮਾਨਵਤਾ ਦੀ ਸੇਵਾ ਕਰ ਰਿਹਾ ਹੈ। ਸੋ ਅਗਰ ਤੁਹਾਡੇ ਕੋਲ ਕੋਈ ਜਾਣਕਾਰੀ ਹੈ, ਕਿਸੇ ਤਰੀਕੇ ਨਾਲ ਤੁਸੀਂ ਸਾਡੇ ਨਾਲ ਸੰਪਰਕ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਉਹਦੀ ਜਾਣਕਾਰੀ ਜਿਹੜੀ ਹੈ ਸਾਡੇ ਨਾਲ ਸਾਂਝੀ ਕਰੋ। ਉਹਦੇ ਲਈ ਤੁਸੀਂ ਈਮੇਲ ਕਰ ਸਕਦੇ ਹੋ mbyala@cktimetv.com ਅਤੇ info@cktimetv.com। ਨਾਲ ਹੀ ਸਾਡੀ TV ਸਕਰੀਨ ਦੇ ਉੱਤੇ ਜਿਹੜੇ ਨੰਬਰਸ ਆ ਰਹੇ ਨੇ ਉਹਨਾਂ ਦੇ ਉੱਤੇ ਵੀ ਤੁਸੀਂ ਕਾਲ ਕਰਕੇ ਅਗਰ ਕੋਈ ਜਾਣਕਾਰੀ ਚਾਹੀਦੀ ਹੈ ਉਸ ਲਈ ਵੀ ਸੰਪਰਕ ਕਰ ਸਕਦੇ ਹੋ। ਅਗਰ ਤੁਹਾਨੂੰ ਕੋਈ ਮਦਦ ਚਾਹੀਦੀ ਹੈ ਤਾਂ ਉਸ ਲਈ ਵੀ ਤੁਸੀਂ ਕਾਲ ਕਰ ਸਕਦੇ ਹੋ। ਅਸੀਂ ਹਰ ਇੱਕ ਸੰਭਵ ਕੋਸ਼ਿਸ਼ ਕਰਾਂਗੇ ਤੁਹਾਡਾ ਸਾਥ ਦਿੱਤਾ ਜਾਵੇ ਤੇ ਇਸ ਔਖੀ ਘੜੀ ਦੇ ਵਿੱਚ ਤੁਹਾਡੇ ਨਾਲ ਖੜਿਆ ਜਾ ਸਕੇ। ਸੋ ਇੱਥੇ ਹੀ ਪ੍ਰੋਗਰਾਮ ਨੂੰ ਸਮਾਪਤ ਕਰਦੇ ਹਾਂ ਜੀ। ਬਹੁਤ ਬਹੁਤ ਧੰਨਵਾਦ। ਰੱਬ ਰਾਖਾ। ਸਤਿ ਸ਼੍ਰੀ ਅਕਾਲ ਜੀਓ।